ਆਨੰਦ ਮਮ ਵਾਜਿਓ ਪਰਿਓ ਨਿਸ਼ਾਨੈ ਘਾਓ ਖੇਤ ਜੋ ਮੰਡਿਓ ਸੂਰਮਾ ਆਬ ਜੂਝਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੋਹਣੇ ਦਰਬਾਰ ਦੇ ਵਿੱਚ ਆਪੋ ਆਪਣੀਆਂ ਲਵਾਈਏ ਹਾਜ਼ਰੀਆਂ। 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਫਤਿਹ ਦਾ ਨਾਅਰਾ ਬੁਲੰਦ ਕਰਦੇ ਹੋਏ ਸਾਰੀ ਸੰਗਤ ਇੱਕ ਵਾਰ ਗੱਜ ਕੇ ਬੁਲਾਓ ਫਤਿਹ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇਕੱਤਰ ਹੋਏ ਹਾਂ। ਵੱਡਿਆਂ ਭਾਗਾਂ ਵਾਲਿਓ ਜੋ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੀਆਂ ਆਪ ਸੰਗਤ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਇਤਿਹਾਸ ਨੂੰ ਵਾਚੀਏ। ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਭ ਤੋਂ ਛੋਟੇ ਸਪੁੱਤਰ ਬਾਬਾ ਤਿਆਗ ਮੱਲ ਜੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਦਵੀ ਪ੍ਰਾਪਤ ਹੋਈ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਘਰ ਬਚਪਨ ਦੇ ਵਿੱਚ ਸਨ। ਮੈਂ ਪਹਿਲੇ ਵੀ ਇਹ ਵਾਰਤਾਪ ਜੀ ਦੇ ਨਾਲ ਸਾਂਝੀ ਕੀਤੀ ਹੈ। 7 ਸਾਲ ਦੀ ਉਮਰ ਦੇ ਸਨ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਭ ਤੋਂ ਵੱਡੇ ਭਾਈ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਹੋਈ ਸੀ। ਉਹਨਾਂ ਦਿਨਾਂ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੜੇ ਸੋਹਣੇ ਵਸਤਰ ਬਣਾ ਕੇ ਦਿੱਤੇ ਸੀ, ਕਿਉਂਕਿ ਬਚਪਨ ਤੋਂ ਇਹਨਾਂ ਦਾ ਪਤਾ ਸੀ। ਗੁਰੂ ਪਾਤਸ਼ਾਹ ਜਾਣੀ ਜਾਣ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਬਚਪਨ 'ਚ ਕਹਿ ਦਿੱਤਾ ਸੀ ਵੀ ਇਹ ਇਕੱਲੇ ਤਿਆਗ ਮੱਲ ਨਾਮ ਦੇ ਨਹੀਂ, ਇਹ ਤਿਆਗੀ ਬੜੇ ਹੋਣਗੇ, ਇੱਥੋਂ ਤੱਕ ਸ਼ੀਸ਼ ਦਾ ਵੀ ਤਿਆਗ ਕਰ ਦੇਣਗੇ ਕਿਸੇ ਦਿਨ। ਤੇ ਬਚਪਨ 'ਚ ਕਿਸੇ ਬੱਚੇ ਨੂੰ, ਗਰੀਬ ਨੂੰ ਆਪਦੀ ਪੁਸ਼ਾਕ ਲਾ ਕੇ, ਆਪਦੇ ਕੱਪੜੇ ਲਾ ਕੇ ਸੌਂਪ ਦਿੱਤੇ ਸੀ, ਦੇ ਦਿੱਤੇ ਸੀ। ਉੱਥੇ ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਅੱਗੇ ਇੱਕ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਇਹਨੂੰ ਤੇ ਇੰਨੇ ਕੀਮਤੀ ਸੋਹਣੇ ਵਸਤਰ ਬਣਾ ਕੇ ਦਿੱਤੇ ਸੀ, ਇਹਨੇ ਤੇ ਉਹ ਵੀ ਉਤਾਰ ਕੇ ਦੂਜਿਆਂ ਨੂੰ ਦੇ ਦਿੱਤੇ, ਕਿਸੇ ਨੂੰ ਹੋਰ ਦੇ ਆਇਆ। ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਇੱਕ ਬਚਨ ਸੀ, ਮਹਾਰਾਜ ਜੀ ਕਹਿੰਦੇ ਭਲੀਏ ਤੇਰਾ ਪੁੱਤਰ ਇਕੱਲਾ ਨਾਮ ਦਾ ਤਿਆਗੀ ਨਹੀਂ, ਇਹ ਤੇ ਜੀਵਨ ਦਾ ਵੀ ਤਿਆਗੀ ਹੋਵੇਗਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਜੀਵਨ ਦਾ ਵੀ ਤਿਆਗੀ, ਸੀਸ ਦਾ ਵੀ ਤਿਆਗ ਕਰ ਦੇਵੇਗਾ, ਸਮਾਂ ਆਵੇਗਾ। ਅੱਜ ਅਸੀਂ ਉਸ ਸ਼ਹਾਦਤ, ਲਸਾਨੀ ਸ਼ਹਾਦਤ ਜਿਹਨੂੰ ਕਹਿ ਲਈਏ, ਉਸੇ ਦਿਨ ਉਸੇ ਦਿਹਾੜੇ ਨੂੰ ਮਨਾਉਂਦਿਆਂ ਇਕੱਤਰ ਹੋਏ ਹਾਂ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਹੋਰ ਨਿਮਰਤਾ ਦੀ ਗੱਲ ਕਰੀਏ
ਗੁਰੂ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ ਦਰਬਾਰ ਦੇ ਵਿੱਚ ਜਾਇਆ ਕਰਦੇ ਸੀ। ਤੇ ਜਦੋਂ ਦਰਬਾਰ ਦੇ ਵਿੱਚ ਜਾਇਆ ਕਰਦੇ ਸਾਰੇ ਪੁੱਤਰ ਜਾਂਦੇ ਸੀ 6ਵੇਂ ਪਾਤਸ਼ਾਹ ਜੀ ਦੇ। ਜਦੋਂ ਦਰਬਾਰ ਸਜਦਾ ਨਾ ਗੁਰੂ ਹਰਗੋਬਿੰਦ ਮਹਾਰਾਜ ਜੀ ਦਰਬਾਰ ਦੇ ਵਿੱਚ ਜਾ ਕੇ ਸਜਦੇ ਵਿਰਾਜਦੇ, ਉਦੋਂ ਗੁਰੂ ਪਾਤਸ਼ਾਹ ਦੇ ਜਿੰਨੇ ਪੁੱਤਰ ਸੀ 5 ਪੁੱਤਰ ਗੁਰੂ ਪਾਤਸ਼ਾਹ ਦੇ ਨਾਲ ਜਾਂਦੇ ਹੁੰਦੇ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਕਹਿੰਦੇ ਨੀਵੀਂ ਪਾ ਕੇ ਤੁਰਦੇ ਹੁੰਦੇ ਪਾਤਸ਼ਾਹ, ਅੱਖਾਂ ਨਜ਼ਰ ਉੱਪਰ ਨਹੀਂ ਚੁੱਕਦੇ ਹੁੰਦੇ ਸੀ ਤੇ ਨੀਵੀਂ ਪਾ ਕੇ ਸੰਗਤ ਵਿੱਚ ਦੀ ਤੁਰਦੇ। ਇੱਕ ਦਿਨ ਸੰਗਤ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਤੁਹਾਡੇ ਬਾਕੀ 4 ਪੁੱਤਰ ਤੁਹਾਡੇ ਨਾਲ ਜਦੋਂ ਜਾਂਦੇ ਆ ਸੰਗਤ ਨੂੰ ਬੁਲਾਉਂਦੇ ਵੀ ਆ, ਸੰਗਤ ਦੇ ਵਿੱਚ ਦੀ ਦੇਖਦੇ ਲੰਘਦੇ ਆ, ਵਿਚਰਦੇ ਆ ਸੰਗਤ ਨਾਲ, ਪਰ ਆ ਜਿਹੜਾ ਤਿਆਗ ਮੱਲ ਹੈ ਇਹ ਨਿਗਾਹ ਨਹੀਂ ਉੱਪਰ ਚੁੱਕਦਾ, ਇਹ ਤੇ ਨੀਵੀਂ ਪਾ ਕੇ ਤੁਰਦਾ, ਇਹਨੂੰ ਪੁੱਛੋ ਕਾ ਸਵਾਲ। ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿੰਦੇ ਭਾਈ ਤਿਆਗ ਮੱਲ ਜੀ ਤੁਹਾਡੇ ਤੋਂ ਸੰਗਤ ਸਵਾਲ ਪੁੱਛਦੀ ਹੈ, ਤੁਸੀਂ ਨੀਵੀਂ ਪਾ ਕੇ ਕਿਉਂ ਤੁਰਦੇ ਹੋ? ਗੱਲ ਨਿਮਰਤਾ ਦੀ ਹੈ ਸੰਗਤ ਜੀ, ਮਨ ਦੇ ਵਿੱਚ ਦੇਖੋ ਕਿੰਨੀ ਨਿਰਮਲਤਾ ਗੁਰੂ ਤੇਗ ਬਹਾਦਰ ਜੀ। ਉਹ ਕਹਿੰਦੇ ਪਾਤਸ਼ਾਹ ਮੈਂ ਨੀਵੀਂ ਪਾ ਕੇ ਤਾਂ ਤੁਰਦਾ ਕਿ ਜਿਹਨੂੰ ਮਨ ਦੇ ਸਾਰੇ ਗੁਣਾ ਔਗੁਣਾਂ ਦਾ ਪਤਾ ਹੋਵੇ ਉਹਦੇ ਅੱਗੇ ਨਜ਼ਰ ਉੱਚੀ ਚੁੱਕਣ ਦਾ ਕੀ ਫਾਇਦਾ। ਦੇਖੋ ਕਿੰਨੀ ਮਨ ਦੇ ਵਿੱਚ ਨਿਮਰਤਾ। ਕਹਿੰਦੇ ਪਾਤਸ਼ਾਹ ਮੈਂ ਨੀਵੀਂ ਪਾ ਕੇ ਸੰਗਤ ਚੋਂ ਤਾਂ ਤੁਰਦਾ ਜਿਹਨੂੰ ਤੁਹਾਨੂੰ ਗੁਰੂ ਪਾਤਸ਼ਾਹ ਜੀ ਨੂੰ ਨਵਾਜਿਆ। ਗੁਰੂ ਹਰਗੋਬਿੰਦ ਮਹਾਰਾਜ ਜੀ ਨਾਲੇ ਪਿਤਾ ਪੁੱਤਰ ਦਾ ਰਿਸ਼ਤਾ ਹੈ, ਫਿਰ ਵੀ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪਾਤਸ਼ਾਹ ਤੁਹਾਨੂੰ ਮੇਰੇ ਗੁਣਾਂ ਤੇ ਔਗੁਣਾਂ ਦਾ ਅੰਦਰੋਂ ਸਭ ਪਤਾ ਹੈ, ਤੁਹਾਡੇ ਅੱਗੇ ਮੈਂ ਨਜ਼ਰ ਉੱਚੀ ਚੁੱਕ ਕੇ ਕਿਵੇਂ ਤੁਰਾਂ? ਫਿਰ ਇੱਥੇ ਹੀ ਵਸਣੀ ਸੰਗਤ ਜੀ। ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਪਾਤਸ਼ਾਹ ਜੀ ਦੀ 6ਵੇਂ ਪਾਤਸ਼ਾਹ ਦੀ ਪਤਨੀ ਮਹਿਲ ਬੇਬੇ ਨਾਨਕੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮਾਤਾ, ਉਹਨਾਂ ਨੇ ਇੱਕ ਵਾਰ ਸਵਾਲ ਕੀਤਾ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ, ਸੱਚੇ ਪਾਤਸ਼ਾਹ ਤੁਸੀਂ ਪੋਤਰੇ ਨੂੰ ਗੁਰਤਾ ਗੱਦੀ ਦੇ ਦਿੱਤੀ। ਗੁਰੂ ਹਰਿਰਾਏ ਮਹਾਰਾਜ ਜੀ ਪੋਤਰੇ ਸੀ ਨਾ ਹਰਗੋਬਿੰਦ ਮਹਾਰਾਜ ਜੀ ਦੇ, ਤੁਸੀਂ ਪੋਤਰੇ ਨੂੰ ਗੁਰਤਾ ਗੱਦੀ ਦੇ ਦਿੱਤੀ ਤੇ ਪੁੱਤਰ ਗੁਰਤਾ ਗੱਦੀ ਤੇ ਕਦੋਂ ਬੈਠੂਗਾ? ਸਵਾਲ ਕਰਨਾ ਵੀ ਬਣਦਾ ਸੀ, ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਪੁੱਛਣਾ ਵੀ ਬਣਦਾ ਸੀ ਮਾਤਾ ਜੀ ਦਾ, ਕਿਉਂਕਿ ਪੋਤਰਾ ਬਾਬੇ ਗੁਰਦਿੱਤੇ ਦਾ ਪੁੱਤਰ ਉਹ ਗੁਰਤਾ ਗੱਦੀ ਤੇ ਗੁਰੂ ਹਰਿਰਾਏ ਮਹਾਰਾਜ ਜੀ ਵਿਰਾਜ ਚੁੱਕੇ ਸੀ ਉਹਨਾਂ ਦਿਨਾਂ ਦੇ ਵਿੱਚ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਚਾਚੇ ਸੀ ਜਿਹੜੇ ਹਰਿਰਾਏ ਮਹਾਰਾਜ ਜੀ ਦੇ, ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਪੁੱਤਰ ਸੀ, ਉਹ ਅਜੇ ਗੁਰਤਾ ਗੱਦੀ ਤੇ ਬੈਠੇ ਨਹੀਂ ਸੀ। ਤੇ ਮਾਤਾ ਜੀ ਨੇ ਸਵਾਲ ਕੀਤਾ ਪਾਤਸ਼ਾਹ ਇੱਕ ਮੇਰਾ ਬਚਨ ਹੈ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ। ਮਹਾਰਾਜ ਜੀ ਕਹਿੰਦੇ ਕਰੋ। ਕਹਿੰਦੇ ਪੁੱਤਰ ਗੁਰਤਾ ਗੱਦੀ ਤੇ ਕਦੋਂ ਬੈਠੇਗਾ? ਇਹ ਤੇ ਪੋਤਰਾ ਬੈਠ ਗਿਆ। ਤੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕਹਿੰਦੇ ਆਪਦੇ ਭੱਥੇ ਦੇ ਵਿੱਚੋਂ ਤੀਰ ਕੱਢੇ, ਸ਼ਸਤਰ ਉਤਾਰੇ, ਜਿਹੜੇ ਮੇਰੀ ਪੀਰੀ ਦੀਆਂ ਕਿਰਪਾਨਾਂ ਤਲਵਾਰਾਂ ਪਹਿਨੀਆਂ ਸੀ ਉਹ ਉਤਾਰ ਕੇ ਮਾਤਾ ਜੀ ਨੂੰ ਫੜਾ ਦਿੱਤੀਆਂ। ਨਾਲ ਦੀ ਨਾਲ ਕਹਿੰਦੇ ਇੱਕ ਪੋਥੀ ਸਾਹਿਬ ਦੇ ਦਿੱਤੀ, ਗੁਰਬਾਣੀ ਦੀ ਪੋਥੀ, ਉਹ ਮਾਤਾ ਜੀ ਨੂੰ ਸੌਂਪ ਦਿੱਤੀ। ਤੀਸਰਾ ਇੱਕ ਕੱਪੜਾ ਰੁਮਾਲ ਕਹਿ ਲਈਏ ਅਸੀਂ, ਉਹ ਮਾਤਾ ਜੀ ਦੇ ਹੱਥ ਦੇ ਵਿੱਚ ਦੇ ਕੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇੱਕ ਬਚਨ ਕੀਤਾ, ਕਹਿੰਦੇ ਭਲੀਏ ਤੇਰੇ ਘਰ ਦੇ ਵਿੱਚ ਤੇਰੇ ਪੁੱਤਰਾਂ ਦੇ ਵੰਸ਼ ਦੇ ਵਿੱਚ ਇੱਕ ਇਹੋ ਜਿਹਾ ਤੇਰਾ ਪੋਤਰਾ ਪੈਦਾ ਹੋਵੇਗਾ ਜਿਹੜਾ ਦੁਸ਼ਮਣਾਂ ਨੂੰ ਛੱਕੇ ਛੁਡਾ ਦੇਵੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਤੇਰੇ ਘਰ ਦੇ ਵਿੱਚ ਤੇਰਾ ਪੁੱਤਰ ਤਿਆਗ ਮੱਲ ਦੁਨੀਆ ਦੇ ਵਿੱਚ ਇੱਕ ਇਹੋ ਜਿਹੀ ਮਿਸਾਲ ਪੈਦਾ ਕਰ ਜਾਵੇਗਾ, ਸਾਰੇ ਧਰਮਾਂ ਦੀ ਇੱਜ਼ਤ ਨੂੰ ਢੱਕਣ ਵਾਸਤੇ ਸੀਸ ਤੱਕ ਦਾ ਬਲਿਦਾਨ ਦੇ ਦੇਵੇਗਾ। ਇੱਥੋਂ ਤੱਕ ਦੇ ਵਚਨ 6ਵੇਂ ਪਾਤਸ਼ਾਹ ਜੀ ਨੇ, ਉਹ ਪੂਰਨੇ ਤੇਗ ਬਹਾਦਰ ਤਿਆਗ ਮੱਲ ਪਾ ਕੇ ਜਾਵੇਗਾ ਜਿਹੜੇ ਪੂਰਨੇ ਦੁਨੀਆ ਤੇ ਕਿਸੇ ਨੇ ਨਹੀਂ ਪਾਉਣੇ। ਇੱਥੋਂ ਤੱਕ ਦੀਆਂ ਬਚਨ ਗੁਰੂ 6ਵੇਂ ਪਾਤਸ਼ਾਹ ਦੇ ਹੋਏ। ਮਹਾਰਾਜ ਕਹਿੰਦੇ ਗੁਰਤਾ ਗੱਦੀ ਤੇ ਤਿਆਗ ਮੱਲ ਬੈਠੇਗਾ, ਹਜੇ ਸਮਾਂ ਨਹੀਂ, ਜਿਸ ਦਿਨ ਬੈਠ ਗਿਆ ਉਸ ਦਿਨ ਦੁਨੀਆ ਦੀ ਇੱਜ਼ਤ ਨੂੰ ਢੱਕਣ ਵਾਸਤੇ ਤਿਆਗ ਮੱਲ ਸੀਸ ਦਾ ਬਲਿਦਾਨ ਦੇ ਦੇਵੇਗਾ। ਤੇ ਸੰਗਤ ਜੀ ਸਮਾਂ ਮੇਰੇ ਕੋਲ ਸੀਮਤ ਹੈ, ਮੈਂ ਉਹਨਾਂ ਵਿਚਾਰਾਂ ਨੂੰ ਆਪ ਜੀ ਦੇ ਨਾਲ ਸਾਂਝੀਆਂ ਕਰਾਂ ਜਿਹੜੀਆਂ ਸ਼ਹਾਦਤ ਦੇ ਨਾਲ, ਅੱਜ ਦੇ ਦਿਨ ਦੇ ਨਾਲ, ਗੁਰੂ ਪਾਤਸ਼ਾਹ ਜੀ ਸ਼ਹੀਦੀ ਦਿਨ ਦੇ ਨਾਲ ਮੇਲ ਖਾਂਦੀਆਂ ਵਿਚਾਰਾਂ, ਕਿਉਂਕਿ ਇਤਿਹਾਸ ਬੜਾ ਹੈ ਗੁਰੂ ਪਾਤਸ਼ਾਹ ਜੀ ਦਾ। ਸਮਾਂ ਬਣਿਆ ਗੁਰੂ 8ਵੇਂ ਪਾਤਸ਼ਾਹ ਹਰਕ੍ਰਿਸ਼ਨ ਮਹਾਰਾਜ ਜੀ ਤੋਂ ਬਾਅਦ ਬਾਬੇ ਬਕਾਲੇ ਦੀ ਧਰਤੀ ਤੋਂ ਮੱਖਣ ਸ਼ਾਹ ਲਵਾਣੇ ਨੇ ਪੂਰਨ ਗੁਰੂ ਨੂੰ ਲੱਭ ਕੇ ਦੁਨੀਆ ਦੇ ਵਿੱਚ ਢੰਡੋਰਾ ਫੇਰਿਆ, ਨਕਲੀਆਂ ਦੀਆਂ ਮੰਜੀਆਂ ਚਕਵਾਈਆਂ,
ਅਸਲੀ ਗੁਰੂ ਨੂੰ ਲੱਭ ਕੇ ਮੱਖਣ ਛੱਲ ਵਾਲੇ ਨੇ ਢੰਡੋਰਾ ਫੇਰ ਦਿੱਤਾ ਦੁਨੀਆ ਦੇ ਵਿੱਚ, ਰੌਲਾ ਪਾ ਦਿੱਤਾ ਵੀ ਪੂਰਾ ਗੁਰੂ ਮਿਲ ਗਿਆ, ਸੱਚਾ ਗੁਰੂ ਲੱਭ ਗਿਆ। ਤੇ ਸੰਗਤ ਜੀ, ਗੁਰੂ ਪਾਤਸ਼ਾਹ ਜੀ ਫਿਰ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਤੇ ਗੁਰੂ ਪਾਤਸ਼ਾਹ ਜੀ ਦੀ 13 ਸਾਲ ਦੀ ਉਮਰ ਦੇ ਵਿੱਚ ਸ਼ਾਦੀ ਹੋ ਚੁੱਕੀ ਸੀ ਮਾਤਾ ਗੁਜਰ ਕੌਰ ਜੀ ਦੇ ਨਾਲ, ਜਿਨ੍ਹਾਂ ਨੂੰ ਅਸੀਂ ਮਾਤਾ ਗੁਜਰ ਕੌਰ ਜੀ ਦੇ ਨਾਮ ਨਾਲ ਯਾਦ ਕਰਦੇ ਹਾਂ। ਉਸ ਟਾਈਮ ਤੇ ਗੁਜਰੀ ਸੀ ਮਾਤਾ ਜੀ ਦਾ ਨਾਮ, ਕਿਉਂਕਿ ਕੌਰ ਸ਼ਬਦ ਨਾਂ ਦੇ ਮਗਰ ਬਾਅਦ ਦੇ ਵਿੱਚ ਲੱਗਦਾ ਜਦੋਂ 1699 ਦੀ ਵਿਸਾਖੀ ਤੇ ਅੰਮ੍ਰਿਤ ਦੀ ਦਾਤ ਲੈ ਲੈਂਦੇ ਆ। 13 ਸਾਲ ਦੀ ਉਮਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਾਦੀ ਹੋ ਚੁੱਕੀ ਸੀ। ਤੇ ਸੰਗਤ ਜੀ, ਸਮਾਂ ਗੁਜ਼ਰਦਾ ਗਿਆ, ਸਮਾਂ ਗੁਜ਼ਰਦਾ ਗਿਆ। 45 ਸਾਲ ਦੀ ਉਮਰ ਦੇ ਵਿੱਚ ਪਹੁੰਚੇ ਆ ਗੁਰੂ ਤੇਗ ਬਹਾਦਰ ਮਹਾਰਾਜ। ਤੇ ਸਤਿਗੁਰੂ ਜੀ ਦੇ ਘਰ ਦੇ ਵਿੱਚ 45 ਸਾਲ ਦੀ ਉਮਰ ਤੱਕ ਕੋਈ ਔਲਾਦ ਨਹੀਂ ਸੀ, ਕੋਈ ਬੱਚਾ ਨਹੀਂ ਸੀ। ਤੇ ਗੁਰੂ ਪਾਤਸ਼ਾਹ ਜਿਨ੍ਹਾਂ ਦਿਨਾਂ ਦੇ ਵਿੱਚ ਢੱਕ ਕੇ ਬੰਗਾਲ ਦੇ ਵਿੱਚ ਸੰਗਤ ਦਾ ਉਧਾਰ ਕਰਨ ਦੇ ਵਾਸਤੇ, ਸੰਗਤ ਨੂੰ ਸੱਚ ਦੇ ਰਸਤੇ ਤੇ ਪਾਉਣ ਵਾਸਤੇ, ਗੁਰੂ ਨਾਨਕ ਦੇ ਘਰ ਦਾ ਹੋਕਾ ਦੇਣ ਵਾਸਤੇ ਢੱਕ ਕੇ ਬੰਗਾਲ ਦੇ ਵਿੱਚ ਪਹੁੰਚੇ ਹੋਏ ਆ, ਉਹਨਾਂ ਦਿਨਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਘਰ ਮਾਤਾ ਗੁਜਰ ਕੌਰ ਜੀ ਦੀ ਕੁੱਖੋਂ ਗੋਬਿੰਦ ਰਾਏ ਜੀ ਦਾ ਜਨਮ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ। ਪਾਤਸ਼ਾਹ ਜੀ ਕੋਲ ਖਬਰ ਪਹੁੰਚੀ, ਚਿੱਠੀ ਪੱਤਰ ਭੇਜਿਆ ਗਿਆ। ਗੁਰੂ ਪਾਤਸ਼ਾਹ ਜੀ ਨੇ, ਕੌਣ ਪੁੱਤ ਬਾਪ ਹੋਵੇਗਾ ਜਿਹੜਾ 45 ਸਾਲ ਦੀ ਉਮਰ 'ਚ ਹੋ ਕੇ ਆਪਦੇ ਪੁੱਤ ਦਾ ਮੂੰਹ ਦੇਖਣਾ ਸਵੀਕਾਰ ਨਹੀਂ ਕਰੇਗਾ। ਗੁਰੂ ਪਾਤਸ਼ਾਹ ਕਹਿੰਦੇ, ਭਾਈ ਸਮਾਂ ਆਵੇਗਾ, ਅਸੀਂ ਆਵਾਂਗੇ ਆਪਦੇ ਪੁੱਤਰ ਨੂੰ ਦੇਖਣ ਵਾਸਤੇ, ਪਰ ਅਜੇ ਨਹੀਂ ਜਾਣਾ। 32 ਸਾਲ 8 ਮਹੀਨੇ, 33 ਸਾਲ ਕਿਹਾ ਜਾਂਦਾ, 33 ਸਾਲਾਂ ਬਾਅਦ ਘਰ ਦੇ ਵਿੱਚ ਸ਼ਾਦੀ ਤੋਂ ਗੁਰੂ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਇਆ, ਗੋਬਿੰਦ ਰਾਏ। ਤੇ ਸੰਗਤ ਜੀ, ਫਿਰ ਸਮਾਂ ਬਣਿਆ, ਗੁਰੂ ਪਾਤਸ਼ਾਹ ਆਉਂਦਿਆਂ ਆਉਂਦਿਆਂ 5 ਸਾਲ ਦੇ ਹੋ ਚੁੱਕੇ ਸੀ ਉਹਨਾਂ ਦਿਨਾਂ ਦੇ ਵਿੱਚ। ਗੋਬਿੰਦ ਰਾਏ ਗੁਰੂ ਪਾਤਸ਼ਾਹ ਇੰਨਾ ਸਮਾਂ ਢਾਕੇ ਦੇ ਵਿੱਚ ਬੰਗਾਲ ਵੱਲ ਹੀ ਗੁਜ਼ਾਰਿਆ ਗੁਰੂ ਤੇਗ ਬਹਾਦਰ ਜੀ ਨੇ। ਜਦੋਂ ਗੋਬਿੰਦ ਰਾਏ ਜੀ 5 ਸਾਲ ਦੇ ਹੋ ਗਏ ਸੀ, ਗੁਰੂ ਤੇਗ ਬਹਾਦਰ ਮਹਾਰਾਜ ਢਾਕੇ ਤੋਂ ਆਉਂਦੇ ਪਟਨੇ ਦੇ ਵਿੱਚ ਦੀ ਹੋ ਕੇ ਆਏ ਆ। ਇਹ ਨਹੀਂ ਉੱਥੇ ਰੁਕੇ ਨਹੀਂ, ਇੱਕ ਅੱਧੇ ਦਿਨ ਦਾ ਵਿਸ਼ਰਾਮ ਕੀਤਾ ਹੋਵੇਗਾ, ਪਰ ਉੱਥੇ ਰਹਿਣਾ ਨਹੀਂ ਕੀਤਾ ਗੁਰੂ ਪਾਤਸ਼ਾਹ ਜੀ। ਫਿਰ ਆ ਗਏ ਚੱਕ ਨਾਨਕੀ ਨਗਰ ਦੇ ਵੱਲ, ਜਿਹਨੂੰ ਅੱਜ ਅਸੀਂ ਆਨੰਦਪੁਰ ਸਾਹਿਬ ਕਹਿੰਦੇ ਹਾਂ। ਉਧਰ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਦੇ ਘਰ ਨਗਰ ਵੱਲ ਆਉਣਾ ਜ਼ਰੂਰੀ ਸਮਝਿਆ। ਪਾਤਸ਼ਾਹ ਜੀ ਆਪਦੇ ਪੁੱਤਰ ਨੂੰ ਇੱਕ ਵਾਰ ਦੇਖ ਕੇ ਲਾਡ ਲੜਾ ਕੇ ਆ ਗਏ। ਕੁਝ ਕੁ ਸਮੇਂ ਦੇ ਬਾਅਦ ਗੋਬਿੰਦ ਰਾਏ ਜੀ ਦਾ ਵੀ ਆਪਦੇ ਬਾਪ ਦੇ ਬਿਨ ਜੀ ਨਹੀਂ ਲੱਗਿਆ। ਦੇਖਿਆ ਗੁਰੂ ਪਾਤਸ਼ਾਹ ਜੀ ਦੀ ਟਹਿਲ ਪਹਿਲ ਨੂੰ, ਨਾਲ ਸਿੰਘਾਂ ਨੂੰ ਦੇਖਿਆ, ਘੋੜੇ ਤੇ ਗੁਰੂ ਪਾਤਸ਼ਾਹ ਨੂੰ ਸਵਾਰ ਦੇਖਿਆ। ਨਾਲ ਦੀ ਨਾਲ ਉਹ ਕਾਰਜ ਕਰਨਾ ਵੀ ਸੀ ਜੋ ਸੰਗਤ ਜੀ ਦੁਨੀਆ ਦੇ ਵਿੱਚ ਅਤਿਆਚਾਰ ਚੱਲ ਰਿਹਾ ਸੀ, ਉਹਨੂੰ ਖਤਮ ਕਰਨ ਦਾ ਵੀ ਟਾਈਮ ਨੇੜੇ ਆਉਂਦਾ ਜਾਂਦਾ ਸੀ। ਤੇ ਗੁਰੂ ਗੋਬਿੰਦ ਰਾਏ ਜੀ ਉਹਨਾਂ ਦਿਨਾਂ ਦੇ ਵਿੱਚ ਮਾਤਾ ਗੁਜਰ ਕੌਰ ਜੀ ਨੂੰ ਕਹਿਣ ਲੱਗੇ, ਮਾਤਾ ਮੇਰੇ ਪਿਤਾ ਜੀ ਕਿੱਥੇ ਰਹਿੰਦੇ ਆ? ਦੱਸਿਆ, ਬੇਟਾ ਆਨੰਦਪੁਰ ਸਾਹਿਬ, ਜਿਹਨੂੰ ਚੱਕ ਨਾਨਕੀ ਕਹਿੰਦੇ ਸੀ ਉਹਨਾਂ ਦਿਨਾਂ ਦੇ ਵਿੱਚ। ਕਹਿੰਦੇ ਸਾਡਾ ਨਗਰ ਹੈ ਮਾਖੋਵਾਲ ਰਿਆਸਤ ਦੇ ਵਿੱਚ, ਚੱਕ ਨਾਨਕੀ। ਉਹ ਉੱਥੇ ਚਲੇ ਗਏ। ਪਾਤਸ਼ਾਹ ਨੇ ਕਿਹਾ, ਮਾਤਾ ਮੈਂ ਵੀ ਜਾਣਾ ਮੇਰੇ ਪਿਤਾ ਦੇ ਕੋਲ। ਇੱਕ ਗੱਲ ਨੂੰ ਹੋਰ ਨੋਟ ਕਰਿਓ, 9 ਸਾਲ ਦੀ ਉਮਰ ਦੇ ਵਿੱਚੋਂ ਕੇਵਲ 2.5 ਸਾਲ ਗੁਰੂ ਗੋਬਿੰਦ ਰਾਏ ਜੀ ਨੂੰ ਪਿਓ ਦੀ ਗੋਦ ਪ੍ਰਾਪਤ ਹੋਈ ਹੈ। ਉਮਰ 9 ਸਾਲ ਦੀ ਸੀ। 45 ਸਾਲ ਦੇ ਘਰ ਪੁੱਤਰ ਪੈਦਾ ਹੋਇਆ, 54 ਸਾਲ ਦੇ ਸ਼ਹਾਦਤ ਪ੍ਰਾਪਤ ਕਰ ਗਏ ਗੁਰੂ ਤੇਗ ਬਹਾਦਰ ਮਹਾਰਾਜ। 9 ਸਾਲ ਹੋਏ, 9 ਸਾਲਾਂ ਦੇ ਵਿੱਚੋਂ ਗੋਬਿੰਦ ਰਾਏ ਜੀ ਨੂੰ ਕੇਵਲ ਤੇ ਕੇਵਲ 2.5 ਸਾਲ ਪਿਓ ਦੀ ਗੋਦ ਮਿਲੀ ਹੈ। ਪਿਓ ਦੀ ਗੋਦ ਦਾ ਆਨੰਦ ਮਾਣਨ ਦਾ ਉਹਨਾਂ ਨੂੰ ਸਮਾਂ ਮਿਲਿਆ। ਤੇ ਸੰਗਤ ਜੀ, ਗੁਰੂ ਪਾਤਸ਼ਾਹ ਗੋਬਿੰਦ ਰਾਏ 10ਵੇਂ ਪਾਤਸ਼ਾਹ ਗੁਰੂ ਪਾਤਸ਼ਾਹ ਜੀ ਦੇ ਕੋਲ ਆ ਗਏ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ। ਤੇ ਇੱਥੇ ਫਿਰ ਜਦੋਂ ਆਏ ਨਾ ਸੰਗਤ ਜੀ, ਉਹਨਾਂ ਦਿਨਾਂ ਦੇ ਵਿੱਚ ਆਹ ਸਮੁੱਚੇ ਭਾਰਤ ਦੇ ਅੰਦਰ ਇੰਨੀ ਅੱਗ ਮੱਚੀ ਹੋਈ ਸੀ, ਕਿੰਨੀ ਕਹਿ ਲਈਏ, ਜ਼ੁਲਮ ਸਿਖਰਾਂ ਟੱਪਿਆ ਹੋਇਆ ਸੀ। ਔਰੰਗਜ਼ੇਬ ਨੇ ਇੱਥੋਂ ਤੱਕ ਮੰਦਰਾਂ ਨੂੰ ਢਾਹ ਕੇ ਮਸਜਿਦਾਂ ਉਸਾਰ ਦਿੱਤੀਆਂ ਸੀ। ਹਿੰਦੂਆਂ ਦੇ ਨਾਲ ਇੱਥੋਂ ਤੱਕ ਧੱਕਾ ਕੀਤਾ ਗਿਆ ਮੁਸਲਮਾਨਾਂ ਵੱਲੋਂ, ਜ਼ਾਲਮ ਸਰਕਾਰ ਦੇ ਵੱਲੋਂ ਉਹਨਾਂ ਦਿਨਾਂ ਦੇ ਵਿੱਚ, ਔਰੰਗਜ਼ੇਬ ਵੱਲੋਂ ਵੀ ਆਪਦੇ ਜਨੇਊ ਉਤਾਰ ਕੇ ਧਰਮ ਤਬਦੀਲ ਕਰ ਲਓ। ਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ, ਇੱਥੇ ਇੱਕ ਮੈਂ ਹੋਰ ਵਿਚਾਰ ਕਰ ਲਵਾਂ, ਬਹੁਤੇ ਇਤਿਹਾਸਕਾਰਾਂ ਨੇ ਲਿਖ ਦਿੱਤਾ ਮੰਦਰਾਂ 'ਚੋਂ ਆਵਾਜ਼ਾਂ ਆਈਆਂ ਵੀ ਤੁਸੀਂ
ਗੁਰੂ ਤੇਗ ਬਹਾਦਰ ਮਹਾਰਾਜ ਕਲਯੁਗ ਦੇ ਗੁਰੂ ਨੇ, ਕਲਯੁਗ ਦੇ ਅਵਤਾਰ ਆ, ਉਹਦੀ ਸ਼ਰਨ ਚਲੇ ਜਾਓ। ਕਈ ਇਤਿਹਾਸਕਾਰਾਂ ਨੇ ਲਿਖਿਆ ਵੀ ਆਕਾਸ਼ ਬਾਣੀ ਹੋ ਗਈ ਪੰਡਤਾਂ ਨੂੰ, ਪੁਜਾਰੀਆਂ ਨੂੰ, ਵੀ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਚਲੇ ਜਾਓ। ਚਲੋ, ਕਹਿਣ ਦਾ ਭਾਵ ਗੁਰੂ ਪਾਤਸ਼ਾਹ ਜੀ ਦੇ ਬਾਰੇ ਉਹਨਾਂ ਪੰਡਤਾਂ ਨੂੰ, ਪੁਜਾਰੀਆਂ ਨੂੰ, ਮੰਦਰਦਿਆਂ ਨੂੰ, ਬ੍ਰਾਹਮਣ ਲੋਕਾਂ ਨੂੰ ਪਤਾ ਚੱਲਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇਵਲ ਤੇ ਕੇਵਲ ਇਕੱਲੇ ਆ ਜਿਹੜੇ ਜ਼ੁਲਮ ਦੇ ਵਿਰੁੱਧ ਹਥਿਆਰ ਉਠਾ ਸਕਦੇ ਆ, ਜ਼ੁਲਮ ਦੇ ਵਿਰੁੱਧ ਆਵਾਜ਼ ਉਠਾ ਸਕਦੇ ਆ, ਹੋਰ ਦੁਨੀਆ 'ਚ ਕੋਈ ਨਹੀਂ ਉਠਾ ਸਕਦਾ। ਕਸ਼ਮੀਰ ਦੇ ਉਹਨਾਂ ਦਿਨਾਂ ਤੇ ਮੈਂ ਜ਼ਿਆਦਾਤਰ ਕਸ਼ਮੀਰ ਦੇ ਬਾਰੇ ਗੱਲ ਕਿਉਂ ਕਰਦਾ, ਕਸ਼ਮੀਰ ਹਿੰਦੂਆਂ ਦਾ ਵਿਦਿਅਕ ਕੇਂਦਰ ਸੀ ਉਹਨਾਂ ਦਿਨਾਂ ਦੇ ਵਿੱਚ। ਸਭ ਤੋਂ ਵੱਡਾ ਕਸ਼ਮੀਰ ਦੇ ਵਿੱਚ ਬ੍ਰਾਹਮਣ ਲੋਕ ਰਹਿੰਦੇ ਸੀ ਉਹਨਾਂ ਦਿਨਾਂ 'ਚ। ਕਸ਼ਮੀਰ ਦੇ ਵਿੱਚ ਹੀ ਵਿੱਦਿਆ ਸਿੱਖਦੇ ਸੀ ਉਹ ਲੋਕ। ਆਪਦੇ ਧਰਮ ਦੀ ਸਭ ਤੋਂ ਜ਼ਿਆਦਾ ਜਿਹੜੀ ਪੂਜਾ ਕਰਦੇ ਸੀ ਉਹ ਜ਼ਿਆਦਾਤਰ ਉਹਨਾਂ ਦਿਨਾਂ 'ਚ ਕਸ਼ਮੀਰ 'ਚ ਕੀਤੀ ਜਾਂਦੀ ਸੀ। ਤੇ ਉਹ 500 ਜਣਾ ਇਕੱਠਾ ਹੋਇਆ ਉਹਨਾਂ ਦਿਨਾਂ 'ਚ, 500 ਬ੍ਰਾਹਮਣ ਇਕੱਠਾ ਹੋਇਆ ਗੁਰੂ ਪਾਤਸ਼ਾਹ ਜੀ ਦੀ ਸ਼ਰਨ ਮਾਖੋਵਾਲ ਰਿਆਸਤ 'ਚ ਚੱਕ ਨਾਨਕੀ ਨਗਰ 'ਚ ਆਏ। ਤੇ ਗੋਬਿੰਦ ਰਾਏ ਜੀ ਉਦੋਂ ਤਕਰੀਬਨ 9 ਕੁ ਸਾਲ ਦੇ ਸੀ। ਤੇ 9 ਸਾਲ ਦੇ ਗੋਬਿੰਦ ਰਾਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗੋਦ ਦੇ ਵਿੱਚ ਬੈਠੇ ਆ। ਤੇ ਜਦੋਂ ਗੋਦ 'ਚ ਬੈਠੇ ਆ ਤੇ ਉਹ ਪੰਡਤ, ਉਹ ਬ੍ਰਾਹਮਣ ਲੋਕ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਬੈਠ ਕੇ ਵਿਚਾਰਾਂ ਕਰਨ ਲੱਗੇ, ਰੋਣ ਲੱਗੇ ਗੁਰੂ ਪਾਤਸ਼ਾਹ ਜੀ ਦੇ ਅੱਗੇ। ਇੱਕ ਮੈਂ ਇੱਥੇ ਹੋਰ ਵਿਚਾਰ ਕਰ ਲਵਾਂ, ਇੱਕ ਤਰਾਵੜੀ ਨਗਰ ਦਾ ਧੋਬੀ ਬੈਠਾ ਸੀ ਉਹਨਾਂ ਦਿਨਾਂ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ। ਉਹ ਅਜੇ ਵਿਚਾਰ ਹੀ ਕਰੀ ਜਾਂਦਾ ਸੀ, ਮਹਾਰਾਜ ਜੀ ਕਿਸੇ ਦਿਨ ਇਸ ਗਰੀਬ ਦੇ ਘਰ ਵੀ ਚਰਨ ਪਾ ਕੇ ਆਓ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਸਨਾ ਤੋਂ ਇੱਕ ਬਚਨ ਨਿਕਲਿਆ। ਇੱਕ ਗੱਲ ਨੂੰ ਨੋਟ ਕਰਿਓ, ਮੈਂ 2 ਬਚਨ ਇੱਥੇ ਗੁਰੂ ਜੀ ਦੇ ਆਪ ਜੀ ਦੇ ਨਾਲ ਸਾਂਝੇ ਕਰਾਂਗਾ ਜਿਹੜੇ ਗੁਰੂ ਪਾਤਸ਼ਾਹ ਜੀ ਨੇ ਆਹ ਸਰੀਰਕ ਚੋਲਾ ਪਹਿਨਿਆਂ ਤੋਂ ਕੀਤੇ ਸੀ ਤੇ ਸਰੀਰਕ ਚੋਲਾ ਛੱਡਣ ਤੋਂ ਬਾਅਦ ਵਚਨ ਪੂਰੇ ਕਰ ਗਏ। ਗੁਰੂ ਪਾਤਸ਼ਾਹ ਦੇ ਬਚਨ ਸਰੀਰਕ ਚੋਲਾ ਤਿਆਗਣ ਤੋਂ ਬਾਅਦ ਪੂਰੇ ਹੋਏ ਦੋਨੇ। ਇੱਕ ਤੇ ਉਹ ਤਰਾਵੜੀ ਨਗਰ ਦੇ ਰਹਿਣ ਵਾਲਾ ਧੋਬੀ ਗੁਰੂ ਜੀ ਨਾਲ ਇੱਥੇ ਬਚਨ ਕਰ ਰਿਹਾ ਸੀ, ਕਹਿੰਦਾ ਮਹਾਰਾਜ ਕਦੇ ਗਰੀਬ ਦੇ ਘਰ ਚਰਨ ਪਾਇਆ ਉਹ। ਮਹਾਰਾਜ ਜੀ ਕਹਿੰਦੇ ਸਮਾਂ ਬਣੇਗਾ ਭਾਈ, ਕਿਸੇ ਦਿਨ ਤੇਰੇ ਘਰ ਜ਼ਰੂਰ ਆਵਾਂਗੇ। ਇਹ ਬਚਨ ਹੋ ਗਿਆ ਸਤਿਗੁਰੂ ਦਾ। ਤੇ ਦੂਸਰਾ ਬਚਨ ਅੱਗੇ ਜਾ ਕੇ ਹੋਇਆ ਸੀ, ਉਹ ਵੀ ਮੈਂ ਆਪ ਜੀ ਦੇ ਨਾਲ ਸਾਂਝਾ ਕਰਾਂਗਾ। ਉਹ ਮਾਤਾ ਨਾਨਕੀ ਨਾਲ ਹੋਇਆ ਸੀ, ਆਪਣੀ ਮਾਤਾ ਦੇ ਨਾਲ। ਤੇ ਸੰਗਤ ਜੀ ਕੀ ਹੋਇਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਜਦੋਂ ਕਸ਼ਮੀਰੀ ਪੰਡਤ ਬੈਠੇ, ਅੱਖਾਂ ਗਿੱਲੀਆਂ ਨੇ ਤੇ ਮਿੰਨਤਾਂ ਤਰਲੇ ਕਰਦੇ ਆ, ਕਹਿੰਦੇ ਪਾਤਸ਼ਾਹ ਸਾਡਾ ਧਰਮ ਖਤਰੇ ਦੇ ਵਿੱਚ ਹੈ। ਮਹਾਰਾਜ ਕਹਿੰਦੇ ਕਿਉਂ? ਜਾਣੀ ਜਾਣ ਪਾਤਸ਼ਾਹ ਨੇ ਉਹਨਾਂ ਦੀ ਜਵਾਨੋਂ ਸੁਣਨਾ ਸਹੀ ਸਮਝਿਆ। ਪਾਤਸ਼ਾਹ ਕਹਿੰਦੇ ਕਿਉਂ? ਕਹਿੰਦੇ ਜੀ ਔਰੰਗਜ਼ੇਬ, ਦੇਖੋ ਉਹਨਾਂ ਨੇ ਜਨੇਊ ਗੁਰੂ ਜੀ ਦੇ ਅੱਗੇ ਕਰਕੇ ਤਰਲੇ ਕੀਤੇ, ਜਿਵੇਂ ਆ ਸਾਡੇ ਚਿੰਨ੍ਹ ਪਾਇਆ ਨਾ 10ਵੇਂ ਪਾਤਸ਼ਾਹ ਦੀ ਕਿਰਪਾਨ, ਇੱਦਾਂ ਜਨੇਊ ਪਾਇਆ ਹਿੰਦੂ ਵੀਰਾਂ ਨੇ। ਉਹਨਾਂ ਨੇ ਤਰਲੇ ਕੀਤੇ ਗੁਰੂ ਦੇ ਅੱਗੇ ਜਨੇਊ ਰੱਖ ਕੇ, ਕਹਿੰਦੇ ਮਹਾਰਾਜ ਆਹ ਜੰਜੂ ਦੀ ਰਾਖੀ ਤੁਸੀਂ ਕਰ ਸਕਦੇ ਹੋ, ਜਨੇਊ ਦੀ ਰਾਖੀ ਹੋਰ ਦੁਨੀਆ 'ਚ ਕੋਈ ਨਹੀਂ ਕਰ ਸਕਦਾ। ਮਹਾਰਾਜ ਜੀ ਕਹਿੰਦੇ ਕਿਉਂ ਭਾਈ? ਕਹਿੰਦੇ ਔਰੰਗਜ਼ੇਬ ਐਡਾ ਆਕੀ ਹੈ, ਸਾਨੂੰ ਸਾਰਿਆਂ ਨੂੰ ਕਹਿੰਦਾ ਧਰਮ ਤਬਦੀਲ ਕਰ ਲਓ, ਜਿਹੜਾ ਨਹੀਂ ਕਰਦਾ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ। ਤੇ ਮਹਾਰਾਜ ਜੀ ਨੂੰ ਅਗਲੀ ਗੱਲ ਦੱਸੀ, ਕਹਿੰਦੇ ਮਹਾਰਾਜ 50 ਕਿਲੋ ਜਨੇਊ ਰੋਜ਼ ਤੋਲਦਾ। ਜਨੇਊ ਦਾ ਵਜਨ ਕੁਛ ਵੀ ਨਹੀਂ ਹੁੰਦਾ, ਕਦੇ ਤੁਸੀਂ ਦੁਕਾਨ ਤੋਂ ਲੈ ਕੇ ਨਾ ਜਨੇਊ ਦਾ ਵਜਨ ਤੋਲ ਕੇ ਦੇਖਿਓ। ਧਾਗਾ ਹੁੰਦਾ, ਕੱਚਾ ਧਾਗਾ, ਮੈਨੂੰ ਲੱਗਦਾ 1-2 ਗ੍ਰਾਮ ਹੀ ਹੁੰਦਾ ਹੋਵੇਗਾ, ਬਹੁਤਾ ਵਜਨ ਨਹੀਂ ਹੁੰਦਾ ਉਹਦਾ। ਮਾਸਿਆਂ 'ਚ ਹੀ ਹੋ, ਅਸਲ ਵਿੱਚ ਤਾਂ ਗ੍ਰਾਮਾਂ ਨਾਲੋਂ ਥੱਲੇ ਮਾਸੇ ਗਿਣੇ ਜਾਂਦੇ ਆ, ਮਾਸਿਆਂ 'ਚ ਹੀ ਵਜਨ। ਧਾਗੇ ਦਾ ਵਜਨ ਕਿੰਨਾ ਕੁ ਹੁੰਦਾ? ਉਸ 50 ਕਿਲੋ ਵਜਨ ਰੋਜ਼ ਤੱਕੜ ਤੇ ਤੋਲਦਾ। ਇੰਨਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਫੇਰ ਰੋਟੀ ਖਾਂਦਾ ਹੁੰਦਾ, ਐਡਾ ਜ਼ਾਲਮ ਸੀ। ਤੇ ਗੁਰੂ ਪਾਤਸ਼ਾਹ ਜੀ ਨੂੰ ਸਾਰੀ ਗੱਲ ਦਾ ਜਦੋਂ ਪਤਾ ਲੱਗਿਆ, ਇੱਥੇ ਗੋਬਿੰਦ ਰਾਏ ਜੀ ਨੇ ਅਗਲਾ ਸਵਾਲ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ। ਗੋਬਿੰਦ ਰਾਏ ਜੀ ਕਹਿੰਦੇ ਪਿਤਾ ਜੀ, ਇਹਨਾਂ ਦੇ ਧਰਮ ਨੂੰ ਬਚਾਉਣ ਵਾਲਾ ਕੋਈ ਦੁਨੀਆ ਦੇ ਵਿੱਚ ਹੈ? ਦੁਨੀਆ 'ਚ ਕੋਈ ਹੈ? ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਭਾਈ ਇਹਨਾਂ ਦੇ ਧਰਮ ਨੂੰ ਕੋਈ ਗੁਰੂ, ਔਲੀਆ, ਪੀਰ, ਪੈਗੰਬਰ, ਸੰਤ ਜਨ ਇਹਨਾਂ ਦੇ ਧਰਮ ਨੂੰ ਬਚਾ ਸਕਦਾ ਹੈ। ਤੇ ਇੱਥੇ ਗੋਬਿੰਦ ਰਾਏ ਜੀ ਨੇ ਅਗਲਾ ਸਵਾਲ ਕੀਤਾ ਸੀ, ਕੋਈ ਵਿਰਲਾ ਦੁਨੀਆ ਦੇ ਵਿੱਚ ਇਹੋ ਜਿਹਾ ਪੈਦਾ ਨਹੀਂ ਹੋਇਆ ਜਿਹੜਾ ਆਪਦੇ ਬਾਪ ਨੂੰ ਇਹ ਕਹੇਗਾ ਵੀ ਮੈਂ 9 ਸਾਲ ਦਾ ਤੇ ਤੇਰਾ ਸਾਇਆ ਮੇਰੇ ਸਿਰ ਤੋਂ ਉੱਠ ਜਾਵੇ। ਕੋਈ ਨਹੀਂ ਕਹੇਗਾ ਦੁਨੀਆ ਦਾ। ਇੱਥੇ ਗੁਰੂ ਗੋਬਿੰਦ ਰਾਏ ਜੀ ਹੈ ਜਿਨ੍ਹਾਂ ਦਾ ਐਡਾ ਵੱਡਾ ਦਿਲ ਸੀ, ਜਿਨ੍ਹਾਂ ਨੇ ਕਿਹਾ ਪਿਤਾ ਜੀ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਨਹੀਂ ਦਿਖਦਾ ਵੀ ਤੁਹਾਡੇ ਨਾਲੋਂ ਵੱਡਾ ਦੁਨੀਆ ਦੇ ਵਿੱਚ ਔਲੀਆ, ਪੀਰ, ਪੈਗੰਬਰ, ਗੁਰੂ, ਸੰਤ ਹੋਵੇਗਾ ਜਿਹੜਾ ਇਹਨਾਂ ਦੇ ਧਰਮ ਨੂੰ ਬਚਾਵੇ। ਤੁਸੀਂ ਜਾ ਕੇ ਬਚਾਓ। ਫਿਰ ਆਖੋ ਸਤਿਨਾਮ।
ਸ਼੍ਰੀ ਵਾਹਿਗੁਰੂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਦੇ ਪੁੱਤਰ ਦੀ ਪਿੱਠ ਨੂੰ ਪਲੋਸਿਆ, ਚਿਹਰੇ ਨੂੰ ਚੁੰਮਿਆ ਗੋਬਿੰਦ ਰਾਏ ਜੀ ਦੇ ਨੂੰ, ਤੇ ਨਾਲ ਦੀ ਨਾਲ ਵਚਨ ਕੀਤਾ, ਪੁੱਤਰਾ ਮੈਂ ਵੀ ਤੇਰੀ ਜ਼ਬਾਨ ਤੋਂ ਆਹੀ ਸਵਾਲ ਸੁਣਨਾ ਚਾਹੁੰਦਾ ਸੀ। ਮੈਂ ਆਪਦੇ ਪੁੱਤਰ ਦੀ ਜ਼ਬਾਨੋਂ ਇਹ ਸੁਣਨਾ ਚਾਹੁੰਦਾ ਸੀ ਵੀ ਮੇਰਾ ਪੁੱਤਰ ਕਿਤੇ ਉਹ ਨਾ ਹੋਵੇ, ਡਰਪੋਕਾਂ ਦੇ ਵਿੱਚ ਨਾ ਗਿਣਿਆ ਜਾਂਦਾ ਹੋਵੇ। ਅੱਜ ਮੈਨੂੰ ਵਿਸ਼ਵਾਸ ਹੈ ਔਰੰਗਜ਼ੇਬ ਨਾਲ ਟੱਕਰ ਲੈਣ ਵਾਲਾ ਮੇਰੇ ਘਰ ਦੇ ਵਿੱਚ ਪੈਦਾ ਹੋ ਗਿਆ। ਜਿਹੜਾ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਵੀ ਬੇਬੇ ਨਾਨਕੀ ਨੂੰ ਕਿਸੇ ਦਿਨ ਕਿਹਾ ਸੀ ਨਾ, ਮਾਤਾ ਨਾਨਕੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮਾਤਾ ਨੂੰ, ਕਹਿੰਦੇ ਤੇਰੇ ਘਰ ਦੇ ਵਿੱਚ ਤੇਰਾ ਪੋਤਰਾ ਇੱਕ ਇਹੋ ਜਿਹਾ ਪੈਦਾ ਹੋਵੇਗਾ ਜਿਹੜਾ ਜ਼ੁਲਮ ਦੇ ਵਿਰੁੱਧ ਤਲਵਾਰ ਉਠਾਵੇਗਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪੁੱਤਰਾ ਅੱਜ ਮੈਨੂੰ ਵਿਸ਼ਵਾਸ ਹੋ ਗਿਆ ਮੇਰੇ ਘਰ ਦੇ ਵਿੱਚ ਉਹ ਪੁੱਤਰ ਪੈਦਾ ਹੋ ਗਿਆ ਜਿਹੜਾ ਔਰੰਗਜ਼ੇਬ ਦੇ ਜ਼ੁਲਮ ਦੇ ਵਿਰੁੱਧ ਤਲਵਾਰ ਚੁੱਕੇਗਾ ਕਿਸੇ ਦਿਨ। ਤੇ ਸੰਗਤ ਜੀ 9 ਸਾਲ ਦੀ ਉਮਰ ਸੀ ਗੁਰੂ ਗੋਬਿੰਦ ਰਾਏ ਦੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਿਆਰੀਆਂ ਕਰ ਲੀਆਂ। ਸਤਿਗੁਰੂ ਜੀ ਨੇ ਕਹਿ ਦਿੱਤਾ ਉਹਨਾਂ ਲੋਕਾਂ ਨੂੰ, ਉਹ ਕਸ਼ਮੀਰੀ ਪੰਡਤਾਂ ਨੂੰ, ਕਹਿੰਦੇ ਭਲਿਓ ਮੁੜ ਜਾਓ, ਚਲੇ ਜਾਓ, ਜਾ ਕੇ ਔਰੰਗਜ਼ੇਬ ਦੇ ਉਹਨਾਂ ਜਰਨੈਲਾਂ ਨੂੰ, ਉਹਨਾਂ ਵਜ਼ੀਰਾਂ ਨੂੰ, ਉਹਨਾਂ ਸੈਨਾਪਤੀਆਂ ਨੂੰ ਇੱਕ ਜਾ ਕੇ ਹੋਕਾ ਮਾਰ ਦਿਓ, ਔਰੰਗਜ਼ੇਬ ਦੇ ਕੰਨੀ ਪਾ ਦਿਓ, ਸਾਡੇ ਗੁਰੂ ਤੇਗ ਬਹਾਦਰ ਦਾ ਧਰਮ ਬਦਲਾ ਦਿਓ, ਦੀਨ ਬਦਲਾ ਦਿਓ, ਤੇ ਅਸੀਂ ਐਟੋਮੈਟਿਕ ਸਾਰੇ ਬਦਲ ਲਵਾਂਗੇ, ਸਾਨੂੰ ਕੋਈ ਡਰ ਨਹੀਂ, ਸਾਨੂੰ ਮਾਰਨ ਦੀ ਲੋੜ ਨਹੀਂ। ਅਸੀਂ ਜੇ ਸਾਡਾ ਗੁਰੂ, ਸਾਡਾ ਔਲੀਆ, ਸਾਡਾ ਪੈਗੰਬਰ, ਸਾਡਾ ਪੀਰ, ਸਾਡਾ ਦੇਵਤਾ ਇਸ ਧਰਮ ਨੂੰ ਬਦਲਦਾ ਹੈ, ਗੁਰੂ ਤੇਗ ਬਹਾਦਰ ਮਹਾਰਾਜ ਬਦਲਦਾ ਹੈ, ਤੇ ਅਸੀਂ ਬਦਲ ਲਵਾਂਗੇ। ਤੇ ਸੰਗਤ ਜੀ ਇੱਥੇ 2-3 ਰਾਹਾਂ ਨੇ ਜਦੋਂ ਗੁਰੂ ਪਾਤਸ਼ਾਹ ਜੀ ਨੇ ਚਾਲੇ ਪਾਏ ਆਨੰਦਪੁਰ ਦੇ ਵਿੱਚੋਂ। ਇੱਥੇ ਇੱਕ ਮੈਂ ਨਾਲ ਦੀ ਨਾਲ ਬਚਨ ਕਰਾਂ, ਗੁਰੂ ਗੋਬਿੰਦ ਰਾਏ 9 ਸਾਲ ਦੇ, ਮਾਤਾ ਨਾਨਕੀ ਬਿਰਧ ਅਵਸਥਾ 'ਚ, ਮਾਤਾ ਗੁਜਰ ਕੌਰ ਜਵਾਨੀ ਪਹਿਰੇ ਕਹਿ ਲਈਏ, ਉਮਰ ਸਿਰ ਹੈ। ਉਹਨਾਂ ਦਿਨਾਂ ਦੇ ਵਿੱਚ ਸਾਰੇ ਸਿੱਖ ਗੁਰੂ ਦੇ ਪਿਆਰ ਵਾਲੇ ਇਹ ਗੁਰੂ ਜੀ ਨੂੰ ਤੋਰਨ ਵਾਸਤੇ ਕੀਰਤਪੁਰ ਸਾਹਿਬ ਦੀ ਧਰਤੀ ਤੱਕ ਆਏ ਆ, ਚੱਲ ਕੇ ਪੈਦਲ ਗੁਰੂ ਪਾਤਸ਼ਾਹ ਦੇ ਨਾਲ ਤੋਰਨ ਵਾਸਤੇ ਗੁਰੂ ਜੀ ਨੂੰ। ਨਾਲੇ ਪਤਾ ਹੈ ਅੱਜ ਘਰੋਂ ਪੈਰ ਪੁੱਟ ਲਿਆ, ਅੱਜ ਜਾ ਰਹੇ ਆ, ਵਾਪਸ ਨਹੀਂ ਆਉਣਾ ਇਹਨਾਂ ਨੇ, ਇੱਦਾਂ ਸਾਰੀ ਗੱਲ ਦਾ ਪਤਾ ਹੈ। ਤੇ ਗੁਰੂ ਪਾਤਸ਼ਾਹ ਜੀ ਨੂੰ ਤੋਰਨ ਵਾਸਤੇ ਕੀਰਤਪੁਰ ਸਾਹਿਬ ਦੀ ਧਰਤੀ ਤੱਕ ਪਹੁੰਚੇ ਆ। ਇੱਥੇ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਰ ਦਿੱਤਾ। ਸਤਿਗੁਰੂ ਜੀ ਕਹਿੰਦੇ ਹੁਣ ਤੁਸੀਂ ਵਾਪਸ ਚਲੇ ਜਾਓ, ਹੁਣ ਅਸੀਂ ਅੱਗੇ ਜਾਣਾ, ਹੁਣ ਤੁਸੀਂ ਵਾਪਸ ਚਲੇ ਜਾਓ। ਬਹੁਤਿਆਂ ਦੇ ਨਾਲ ਜਦੋਂ ਵਾਪਸ ਤੁਰਨ ਲੱਗੇ ਇੱਥੇ ਵਿਚਾਰਾਂ ਕੀਤੀਆਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਜਦੋਂ ਪਰਿਵਾਰ ਨੂੰ ਵਾਪਸ ਤੋਰਦੇ ਆ ਉਦੋਂ ਸਾਰਿਆਂ ਨੂੰ ਮਿਲਣਾ ਕੀਤਾ, ਆਪਦੇ ਪੁੱਤਰ ਨੂੰ ਵੀ ਘੁੱਟ ਕੇ ਛਾਤੀ ਨਾਲ ਲਾਇਆ। 9 ਸਾਲ ਦਾ ਪੁੱਤ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹ ਵੀ ਪਤਾ ਵੀ ਮੁੜ ਕੇ ਮੈਂ ਇਹਦੇ ਸਿਰ ਤੇ ਹੱਥ ਨਹੀਂ ਧਰ ਸਕਦਾ। ਘਰ ਵਾਲੀ ਨੂੰ ਵੀ ਬੁਲਾਇਆ, ਮਾਤਾ ਗੁਜਰ ਕੌਰ ਜੀ ਨਾਲ ਵੀ ਬਾਤਾਂ ਗੱਲਾਂ ਸਾਂਝੀਆਂ ਕੀਤੀਆਂ, ਪਤਾ ਵੀ ਮੈਂ ਮੁੜ ਕੇ ਦਾ ਸੁਹਾਗ ਵਾਪਸ ਨਹੀਂ ਆਉਣਾ। ਮਾਤਾ ਨਾਨਕੀ ਨਾਲ ਵੀ ਗੱਲਬਾਤ ਕੀਤੀ, ਵਿਚਾਰ ਕੀਤੀ। ਮਾਤਾ ਨਾਨਕੀ ਨੇ ਇੱਥੇ ਇੱਕ ਫਿਰ ਗੱਲ ਕੀਤੀ, ਵਿਚਾਰ ਕੀਤੀ, ਗੁਰੂ ਦੇ ਅੱਗੇ ਇੱਕ ਬੇਨਤੀ ਕੀਤੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਾਤਾ ਨਾਨਕੀ ਕਹਿੰਦੀ ਆ, ਪੁੱਤਰਾ ਮੈਂ ਤੇਰੇ ਆ ਚਿਹਰੇ ਨੂੰ ਦੁਬਾਰਾ ਦੇਖਣਾ ਚਾਹਾਂਗੀ ਇੱਕ ਵਾਰ। ਸੀਸ ਵਾਪਸ ਕਿਉਂ ਆਇਆ ਦਿੱਲੀ ਤੋਂ? ਜਿੱਥੇ ਧੜ ਦਾ ਉੱਥੇ ਸੰਸਕਾਰ ਹੋਇਆ ਸੀ, ਉੱਥੇ ਸੀਸ ਦਾ ਵੀ ਸੰਸਕਾਰ ਹੋ ਸਕਦਾ ਸੀ, ਇੱਕ ਗੱਲ ਹੈ। ਤੇ ਪਰ ਗੁਰੂ ਜੀ ਦਾ ਉਹ ਵਚਨ ਪੂਰਾ ਹੋਇਆ, ਜਿਹੜੇ ਮੈਂ 2 ਵਚਨ ਕੀਤੇ ਵੀ, ਇੱਕ ਤਾਂ ਤਰਾਵੜੀ ਨਗਰ ਦੇ ਧੋਬੀ ਨਾਲ ਗੁਰੂ ਜੀ ਦਾ ਵਚਨ ਉਸ ਦਿਨ ਹੋਇਆ ਜਿਸ ਦਿਨ ਕਸ਼ਮੀਰੀ ਪੰਡਤ ਬੈਠੇ ਸੀ ਗੁਰੂ ਕੀ ਗੋਦ ਦੇ ਵਿੱਚ। ਉਹ ਵਚਨ ਵੀ ਸ਼ਹਾਦਤ ਤੋਂ ਬਾਅਦ ਪੂਰਾ ਕੀਤਾ ਗੁਰੂ ਜੀ ਨੇ। ਇੱਕ ਵਚਨ ਇੱਥੇ ਮਾਤਾ ਨਾਨਕੀ ਨਾਲ ਹੋਇਆ। ਮਾਤਾ ਨਾਨਕੀ ਕਹਿੰਦੀ, ਪੁੱਤਰਾ ਤੇਰਾ ਹੱਸਦਾ ਚਿਹਰਾ ਜਿਵੇਂ ਮੈਂ ਅੱਜ ਤੱਕਦੀ ਆ ਨਾ, ਮੈਂ ਇੱਕ ਵਾਰ ਤੇਰੇ ਹੱਸਦੇ ਚਿਹਰੇ ਦੇ ਦਰਸ਼ਨ ਫੇਰ ਕਰਨਾ ਚਾਹਾਂਗੀ। ਤੇ ਫਿਰ ਸੰਗਤ ਜੀ ਉਹ ਚਿਹਰਾ ਇੱਕ ਦਿਨ ਜਦੋਂ ਅੱਜ ਜਾ ਰਿਹਾ ਘਰੋਂ ਵਾਪਸ ਮੁੜਨਾ, ਇਹ ਗੁਰੂ ਪਾਤਸ਼ਾਹ ਜੀ ਨੇ ਇੱਥੇ ਫਿਰ ਨਾਲ ਦੀ ਨਾਲ ਜਵਾਬ ਦਿੱਤਾ। ਕਹਿੰਦੇ ਮਾਤਾ ਸਮਾਂ ਆਵੇਗਾ ਤੁਹਾਨੂੰ ਸਾਡੇ ਆ ਚਿਹਰੇ ਦੇ ਇੱਕ ਵਾਰ ਦਰਸ਼ਨ ਹੋਰ ਹੋਣਗੇ। ਚਲੇ ਗਏ ਗੁਰੂ ਤੇਗ ਬਹਾਦਰ ਮਹਾਰਾਜ ਜੀ। ਗੋਬਿੰਦ ਰਾਏ ਜੀ ਨਾਲ ਆਪਦੀ ਦਾਦੀ ਦੀ ਉਂਗਲ ਫੜ ਕੇ, ਆਪਦੀ ਮਾਤਾ ਦੀ ਉਂਗਲ ਫੜ ਕੇ ਆਨੰਦਪੁਰ ਸਾਹਿਬ ਨੂੰ ਵਾਪਸ ਮੁੜ ਗਏ। ਤੇ ਗੁਰੂ ਪਾਤਸ਼ਾਹ ਜੀ ਨੂੰ ਤੋਰ ਦਿੱਤਾ ਸ਼ਹਾਦਤ ਦੇਣ ਵਾਸਤੇ ਦਿੱਲੀ ਵੱਲ ਨੂੰ। ਤੇ ਸੰਗਤ ਜੀ ਇੱਥੇ ਮੈਂ 2-3 ਗੱਲਾਂ ਕਰਾਂ। ਇੱਥੇ ਕੋਈ ਤੇ ਕਹਿੰਦਾ ਮਲਕਪੁਰ ਨਗਰ ਦੇ ਵਿੱਚੋਂ ਗੁਰੂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰ ਲਿਆ, ਕੋਈ ਕੁਝ ਕਹਿੰਦਾ। ਪਰ ਜੇ ਇਤਿਹਾਸ ਨੂੰ ਢੰਡੋਲੀਏ ਨਾ, ਇਤਿਹਾਸ ਨੂੰ ਡੂੰਘਾਈ ਦੇ ਵਿੱਚ ਜਾ ਕੇ ਦੇਖੀਏ, ਗੁਰੂ ਪਾਤਸ਼ਾਹ ਜੀ ਆਗਰੇ ਦੇ ਵਿੱਚ ਗਏ ਹੋਏ ਸੀ ਉਹਨਾਂ ਦਿਨਾਂ ਦੇ ਵਿੱਚ। ਆਗਰੇ ਵੀ ਕਿਉਂ ਗਏ ਸੀ? ਸਤਿਗੁਰੂ ਜੀ ਨੂੰ ਇੱਕ ਮਾਤਾ ਯਾਦ ਕਰਦੀ ਹੁੰਦੀ ਸੀ। ਜੇ ਅੱਜ ਆਗਰੇ ਦੇ ਵਿੱਚ ਜਾਈਏ ਨਾ, ਉੱਥੇ
ਗੁਰੂ ਥਾਨ ਨਾਂ ਤੇ ਇੱਕ ਗੁਰਦੁਆਰਾ ਸਾਹਿਬ ਸਥਾਪਿਤ ਹੈ। ਤੁਸੀਂ ਸੰਗਤ ਗਈ ਹੋਊਗੀ, ਦਰਸ਼ਨ ਕੀਤੇ ਹੋਣਗੇ। ਉਹਨੂੰ ਗੁਰੂ ਥਾਨ ਕਿਹਾ ਜਾਂਦਾ। ਉਸ ਗੁਰਦੁਆਰਾ ਸਾਹਿਬ ਦਾ ਨਾਮ ਹੈ। ਕਿਉਂ ਹੈ? ਥਾਨ ਭਾਵ ਕੱਪੜਾ। ਉੱਥੇ ਇੱਕ ਮਾਤਾ ਗੁਰੂ ਪਾਤਸ਼ਾਹ ਜੀ ਨੂੰ ਯਾਦ ਕਰਦੀ ਹੁੰਦੀ ਸੀ। ਇਤਿਹਾਸ ਦੇ ਵਿੱਚ 3 ਮਾਤਾਵਾਂ ਨੇ ਗੁਰੂ ਨੂੰ ਯਾਦ ਕੀਤਾ। ਤਿੰਨਾਂ ਨੇ ਗੁਰੂ ਜੀ ਨੂੰ ਵਸਤਰ ਭੇਟਾ ਕੀਤੇ ਸੀ ਯਾਦ ਕਰ ਕਰਕੇ ਬਿਰਧ ਅਵਸਥਾ 'ਚ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਵੀ ਇੱਥੇ ਮਾਤਾ ਯਾਦ ਕਰਦੀ ਹੁੰਦੀ ਸੀ, ਪਾਤਸ਼ਾਹ ਕਿਸੇ ਦਿਨ ਆਓ, ਤੁਹਾਡੇ ਲਈ ਸੋਹਣੇ ਵਸਤਰ ਆਪਦੇ ਹੱਥੀਂ ਬੁਣ ਕੇ ਰੱਖੇ ਹੋਏ ਆ ਤੇ ਮੈਂ ਤੁਹਾਨੂੰ ਅਰਪਣ ਕਰਨੇ ਆ, ਤੁਹਾਨੂੰ ਭੇਟਾ ਕਰਨੇ ਆ। ਤੇ ਗੁਰੂ ਪਾਤਸ਼ਾਹ ਦਾ ਲਾਸਟ ਸਮਾਂ ਸੀ। ਉਹਨਾਂ ਦਿਨਾਂ ਦੇ ਵਿੱਚ ਗੁਰੂ ਜੀ ਆਗਰੇ ਚਲੇ ਗਏ ਤੇ ਆਗਰੇ ਉਹ ਮਾਤਾ ਨੇ ਫਿਰ ਗੁਰੂ ਜੀ ਨੂੰ ਉਹ ਵਸਤਰ, ਉਹ ਕੱਪੜੇ, ਖੇਸ ਕਹਿ ਲਈਏ, ਚਲੋ ਉਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਸੀ, ਖੇਸ ਬੁਣੇ ਜਾਂਦੇ ਹੁੰਦੇ ਸੀ। ਉਹ ਮਾਤਾ ਜੀ ਨੇ ਗੁਰੂ ਪਾਤਸ਼ਾਹ ਨੂੰ ਅਰਪਣ ਕੀਤਾ, ਨਮਸਕਾਰ ਕਰਕੇ ਭੇਟਾ ਕੀਤਾ। ਗੁਰੂ ਜੀ ਨੇ ਉਹ ਪ੍ਰਵਾਨਗੀ, ਕੱਪੜੇ ਨੂੰ ਪ੍ਰਵਾਨਗੀ ਦਿੱਤੀ, ਵਸਤਰ ਲਏ। ਤੇ ਇੱਥੇ ਮਾਤਾ ਦੇ ਮਨ ਦੀ ਮੁਰਾਦ ਪੂਰੀ ਕਰਨ ਵਾਸਤੇ ਗੁਰੂ ਪਾਤਸ਼ਾਹ ਪਹੁੰਚੇ ਹੋਏ ਸੀ। ਉਹਨਾਂ ਦਿਨਾਂ 'ਚ ਗੁਰੂ ਪਾਤਸ਼ਾਹ ਜੀ ਨੂੰ ਚਿੱਠੀ ਆਈ ਗ੍ਰਿਫਤਾਰ ਕਰਨ ਨੂੰ। ਉਹ ਕਿਹੜਾ ਭੱਜਦੇ ਸੀ, ਉਹ ਕੋਈ ਬਾਗੀ ਨਹੀਂ ਸੀ। ਕਈ ਪ੍ਰਚਾਰਕ ਵੀਰ ਕਹਿ ਦਿੰਦੇ ਜੀ ਗ੍ਰਿਫਤਾਰ ਕਰ ਲਿਆ। ਉਹ ਕੀ ਸਰਕਾਰ ਦੇ ਬਾਗੀ ਸੀ? ਉਹਨਾਂ ਨੇ ਤਾਂ ਸਰਕਾਰ ਨੂੰ ਚੈਲੰਜ ਕੀਤਾ ਸੀ, ਸਮੇਂ ਦੀ ਹਕੂਮਤ ਨੂੰ, ਵੀ ਸਾਡਾ ਧਰਮ ਬਦਲਾ ਦਿਓ, ਅਸੀਂ ਆਹ ਸਾਰੇ ਹਿੰਦੂ ਆਟੋਮੈਟਿਕ ਹੀ ਧਰਮ ਬਦਲ ਲੈਣਗੇ। ਉਹ ਤੇ ਆਪ ਚੱਲ ਕੇ ਗਏ ਸੀ ਦਿੱਲੀ, ਆਨੰਦਪੁਰ ਤੋਂ ਆਪ ਤਾਂ ਚੱਲੇ ਹੋਏ ਆ। ਆਗਰੇ ਗੁਰੂ ਪਾਤਸ਼ਾਹ ਨੂੰ ਚਿੱਠੀ ਮਿਲ ਗਈ ਸੀ ਦਿੱਲੀ ਤੋਂ ਗਈ ਹੋਈ, ਕਹਿਣ ਲੱਗੇ ਤੁਸੀਂ ਹੁਣ ਜਲਦੀ ਆਓ ਦਿੱਲੀ, ਅਸੀਂ ਤੁਹਾਡੇ ਨਾਲ ਵਿਚਾਰਾਂ ਕਰਨੀਆਂ ਚਾਹੁੰਦੇ ਹਾਂ। ਗੁਰੂ ਪਾਤਸ਼ਾਹ ਸਮਾਂ ਹੋਇਆ, ਪਹੁੰਚ ਗਏ ਦਿੱਲੀ। ਉੱਥੇ ਜਾ ਕੇ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੇ ਅੱਗੇ 3 ਸਵਾਲ ਰੱਖ ਦਿੱਤੇ ਸਮੇਂ ਦੀ ਹਕੂਮਤ ਨੇ। ਕਿਹੜੇ 3 ਸਵਾਲ? ਪਹਿਲਾ ਸਵਾਲ ਰੱਖਿਆ, ਕਹਿੰਦੇ ਜਾਂ ਤੇ ਤੁਸੀਂ ਧਰਮ ਬਦਲ ਲਓ, ਤਬਦੀਲ ਕਰ ਲਓ। ਦੂਸਰਾ ਸਵਾਲ ਕਹਿੰਦੇ ਜਾਂ ਫਿਰ ਕੋਈ ਕਰਾਮਾਤ ਦਿਖਾ ਦਿਓ। ਜਿਵੇਂ ਔਰੰਗਜ਼ੇਬ ਨੇ ਗੁਰੂ ਹਰ ਰਾਏ ਮਹਾਰਾਜ ਜੀ ਦੇ ਪੁੱਤਰ ਤੋਂ, ਰਾਮ ਰਾਏ ਤੋਂ ਦੇਖੀਆਂ ਸੀ ਨਾ ਕਰਾਮਾਤਾਂ। ਉਹਨੂੰ ਪਤਾ ਸੀ ਵੀ ਇਸ ਧਰਮ ਦੇ ਵਿੱਚ ਰਿੱਧੀਆਂ ਸਿੱਧੀਆਂ ਦੇ ਮਾਲਕ ਹੈ। ਇਸ ਘਰ ਦੇ ਵਿੱਚ ਇਹ ਲੋਕ, ਇਹ ਘਰ ਦੇ ਵਿੱਚ ਰਿੱਧਾਂ ਸਿੱਧਾਂ ਨੇ ਇਹਨਾਂ ਦੇ ਕੋਲ। ਇਹ ਕਰਾਮਾਤਾਂ ਦੁਨੀਆ ਦੀਆਂ ਸਭ ਇਹਨਾਂ ਦੇ ਅੰਡਰ ਦੇ ਵਿੱਚ ਹੈ, ਹੱਥ ਵਿੱਚ ਹੈ, ਇਹ ਦਿਖਾ ਸਕਦੇ ਹੈ। ਕਿਉਂਕਿ ਰਾਮ ਰਾਏ ਨੇ ਗਲਤੀ ਕਰ ਲਈ ਸੀ। ਗੁਰੂ ਹਰ ਰਾਏ ਮਹਾਰਾਜ ਜੀ ਨੇ ਕਹਿਤਾ ਸੀ ਮੇਰਾ ਪੁੱਤਰ ਨਹੀਂ ਮੇਰੇ ਮੱਥੇ ਨਾ ਲੱਗੇ ਅੱਜ ਤੋਂ ਬਾਅਦ। ਉਹੀ ਕਰਾਮਾਤਾਂ ਔਰੰਗਜ਼ੇਬ ਦੁਬਾਰਾ ਦੇਖਣੀਆਂ ਚਾਹੁੰਦਾ ਸੀ। ਔਰੰਗਜ਼ੇਬ ਨੇ ਬੋਲ ਦਿੱਤਾ, ਕਹਿੰਦਾ ਜਾਂ ਪਹਿਲਾ ਧਰਮ ਬਦਲ ਲਓ, ਦੂਜਾ ਕਰਾਮਾਤਾਂ ਦਿਖਾ ਦਿਓ। ਜੇ ਇਹ ਦੋਨੇ ਨਹੀਂ ਮੰਨਦੇ ਤਾਂ ਤੀਜਾ ਸ਼ਹਾਦਤ, ਸ਼ਹੀਦੀ ਦੇਣ ਲਈ ਤਿਆਰ ਹੋ ਜਾਓ, ਤੁਹਾਨੂੰ ਮੌਤ ਦੇ ਘਾਟ ਉਤਾਰ ਦਿਆਂਗੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਚਨ ਕੀਤਾ, ਔਰੰਗਜ਼ੇਬ ਨਾ ਤੇ ਅਸੀਂ ਤੇਰੀ ਪਹਿਲੀ ਗੱਲ ਮੰਨਣੀ ਹੈ, ਅਸੀਂ ਧਰਮ ਤਬਦੀਲ ਨਹੀਂ ਕਰਨਾ। ਧੱਕੇ ਨਾਲ ਕਿਸੇ ਦਾ ਧਰਮ ਤਬਦੀਲ ਨਹੀਂ ਕਰਾਈਦਾ ਹੁੰਦਾ। ਨੋਟ ਕਰਿਓ ਗੱਲ ਨੂੰ। ਗੁਰੂ ਪਾਤਸ਼ਾਹ ਜੀ ਦਾ ਇੱਥੇ ਬਚਨ ਹੋਇਆ ਸੀ। ਪਾਤਸ਼ਾਹ ਕਹਿੰਦੇ ਜੇ ਤੂੰ ਧੱਕੇ ਨਾਲ ਧਰਮ ਤਬਦੀਲ ਕਰਾ ਕੇ ਆਪਦੇ ਧਰਮ 'ਚ ਲੋਕਾਂ ਨੂੰ ਲਿਆਵੇਂਗਾ, ਕਿਸੇ ਦਿਨ ਤੇਰੇ ਧਰਮ ਲਈ ਖਤਰਾ ਬਣ ਜਾਵੇਗਾ। ਬਣਿਆ ਕਿ ਨਹੀਂ ਬਣਿਆ ਸੰਗਤ ਜੀ? 700 ਸਾਲ ਰਾਜ ਕੀਤਾ ਭਾਰਤ ਦੇ ਉੱਪਰ ਮੁਗਲਾਂ ਨੇ, ਮੁਸਲਮਾਨਾਂ ਨੇ, ਤੇ ਗੁਰੂ ਜੀ ਦਾ ਬਚਨ ਪੂਰਾ ਹੋਇਆ। ਮਹਾਰਾਜ ਕਹਿੰਦੇ ਤੇਰੇ ਧਰਮ ਲਈ ਖਤਰਾ ਬਣ ਜਾਵੇਗਾ। ਬਣ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਲੇ ਖਤਰਾ ਬਣ ਗਿਆ ਤੇ ਖਤਮ ਹੀ ਹੋ ਗਿਆ ਧਰਮ। ਫਿਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕਿੱਥੇ ਆਇਆ ਮੁਗਲ ਦਾ ਧਰਮ ਰਾਜ? ਆਇਆ ਕਿਤੇ ਹਿੰਦੁਸਤਾਨ 'ਚ ਉਸ ਤੋਂ ਬਾਅਦ। ਦੂਜੀ ਗੱਲ, ਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਰਾਮਾਤਾਂ ਸਾਡੇ ਗੁਰੂ ਨਾਨਕ ਦੇ ਘਰ ਦੇ ਵਿੱਚ ਦਿਖਾਉਣੀਆਂ ਮਨਮੱਤ ਹੈ, ਇਹ ਅਸੀਂ ਨਹੀਂ ਕਰਾਂਗੇ। ਤੀਸਰੀ ਗੱਲ, ਗੁਰੂ ਪਾਤਸ਼ਾਹ ਕਹਿੰਦੇ ਤੂੰ ਕਹਿੰਦਾ ਤੇਰੀ ਸ਼ਹੀਦੀ ਹੋ ਜਾਵੇਗੀ, ਤੇਰੇ ਸਿੱਖਾਂ ਨੂੰ ਸ਼ਹੀਦ ਕਰ ਦੇਵਾਂਗੇ, ਸਾਨੂੰ ਕੋਈ ਦੁੱਖ ਨਹੀਂ। ਅਸੀਂ ਉਸ ਘਰ ਦੇ ਵਿੱਚ ਜੰਮੇ ਹੋਏ ਹਾਂ ਜਿਹੜੇ ਤੱਤੀਆਂ ਤਬੀਆਂ ਤੇ ਬੈਠ ਕੇ ਵੀ ਕਹਿੰਦੇ ਤੇਰਾ ਕੀਆ ਮਿੱਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗ। ਸਾਡੇ ਦਾਦੇ ਨੇ ਉਹ ਸ਼ਹਾਦਤਾਂ ਦਿੱਤੀਆਂ ਹੋਈਆਂ, ਉਹਨਾਂ ਦਾ ਪੋਤਾ ਮੈਂ। ਤੇ ਫਿਰ ਔਰੰਗਜ਼ੇਬ ਕਹਿੰਦਾ ਪਿੰਜਰਾ ਤਿਆਰ ਕਰੋ, ਇੱਦਾਂ ਨਹੀਂ ਇਹਨਾਂ ਨੂੰ ਰੱਖਣਾ, ਇਹਨਾਂ ਨੂੰ ਇੱਕ ਪਿੰਜਰੇ ਦੇ ਵਿੱਚ ਤਾੜੋ। ਗੁਰੂ ਪਾਤਸ਼ਾਹ ਜੀ ਦੇ ਲਈ ਕਾਜ਼ੀਆਂ ਨੇ ਫਤਵਾ ਪੜ੍ਹ ਦਿੱਤਾ, ਕਹਿੰਦੇ ਇਹਨੂੰ ਪਿੰਜਰੇ ਦੇ ਵਿੱਚ ਦਿਓ। ਪਿੰਜਰਾ ਵੀ ਇਹੋ ਜਿਹਾ ਹੋਵੇ ਜਿਹਦੇ ਤੇ ਦੋਨੇ ਪੈਰਾਂ ਤੇ ਖੜ ਨਾ ਸਕੇ। ਇੱਕ ਪੈਰ ਦੇ ਥੱਲੇ ਸਾਫ਼ ਜਗ੍ਹਾ ਰੱਖੀ ਗਈ, ਦੂਜੇ ਪੈਰ ਥੱਲੇ ਕਿੱਲ ਲਾ ਦਿੱਤੇ ਪਿੰਜਰੇ ਦੇ ਵਿੱਚ। ਸਾਰੇ ਪਿੰਜਰੇ ਨੂੰ ਕਿੱਲਾਂ ਨਾਲ ਮੜ ਦਿੱਤਾ। ਜੇ ਪਿੱਛੇ ਢੂਹ ਲਾਉਂਦੇ ਆ ਤਾਂ ਵੀ ਕਿੱਲ ਵੱਜਦੇ ਆ, ਅੱਗੋਂ ਹੱਥ ਲਾਉਂਦੇ ਆ ਤਾਂ ਵੀ ਕਿੱਲ ਵੱਜਦੇ ਆ, ਉੱਪਰ ਉੱਚਾ ਉੱਠ ਨਹੀਂ ਸਕਦੇ, ਥੱਲੇ ਦੂਜਾ ਪੈਰ ਧਰਦੇ ਆ ਤਾਂ ਵੀ ਪੈਰ 'ਚ ਕਿੱਲ ਖੁੱਭਦੇ ਆ ਤਿੱਖੇ। ਇੱਕੋ ਪੈਰ ਦੀ ਜਗ੍ਹਾ ਨੰਗੀ ਰੱਖੀ, ਸਾਫ਼ ਰੱਖੀ, ਜਿਹਦੇ ਤੇ ਖਿਲਾਰਿਆ ਗੁਰੂ ਪਾਤਸ਼ਾਹ ਜੀ ਨੂੰ। ਇਤਿਹਾਸ ਦੇ ਵਿੱਚ ਪੜ੍ਹ ਕੇ ਰੌਂਗਟੇ ਖੜੇ ਹੁੰਦੇ ਆ। 13 ਦਿਨ ਗੁਰੂ ਪਾਤਸ਼ਾਹ 13 ਰਾਤਾਂ ਇੱਕੋ ਹੱਥ ਇੱਕੋ ਪੈਰ ਤੇ ਖੜੇ ਰਹੇ ਆ, ਇੱਕੋ ਪੈਰ ਤੇ ਗੁਰੂ ਪਾਤਸ਼ਾਹ। ਉਹ ਦਿਨ ਆਏ, ਫੇਰ ਪੁੱਛਿਆ
ਮੰਨਦੇ ਹੋ ਤਿੰਨਾਂ ਚੋਂ ਕਿਸੇ ਗੱਲ ਨੂੰ? ਗੁਰੂ ਪਾਤਸ਼ਾਹ ਕਹਿੰਦੇ ਲਾਸਟ ਵਾਲੀ ਨੂੰ ਮੰਨਦੇ ਆ, ਪਹਿਲੀਆਂ ਦੋ ਨਹੀਂ ਮੰਨਣੀਆਂ ਕਦੇ ਵੀ। ਫਿਰ ਸਤਿਗੁਰੂ ਨੇ ਔਰੰਗਜ਼ੇਬ ਨਾਲ ਬਚਨ ਕੀਤਾ। ਮਹਾਰਾਜ ਕਹਿੰਦੇ ਔਰੰਗਜ਼ੇਬ, ਜੇ ਸਾਡੇ ਧਰਮ ਨੂੰ ਨਾ ਡਲਾ ਸਕਿਆ ਤੇ ਇਸ ਤੋਂ ਬਾਅਦ ਹਿੰਦੂਆਂ ਨੂੰ ਤੰਗ ਨਹੀਂ ਕਰਨਾ, ਇਸ ਤੋਂ ਬਾਅਦ ਕਿਸੇ ਦਾ ਧੱਕੇ ਨਾਲ ਧਰਮ ਨਹੀਂ ਤਬਦੀਲ ਕਰਾਉਣਾ। ਔਰੰਗਜ਼ੇਬ ਨੇ ਕਿਹਾ ਹਾਂ, ਜੇ ਮੈਂ ਤੁਹਾਨੂੰ ਨਾ ਹਰਾ ਸਕਿਆ, ਨਾ ਤੁਹਾਨੂੰ ਮੈਂ ਇਸ ਗੱਲ ਤੇ ਮਨਜ਼ੂਰ ਮਨਾ ਸਕਿਆ ਵੀ ਮੈਂ ਧਰਮ ਤਬਦੀਲ ਕਰਨਾ, ਤਾਂ ਮੈਂ ਅੱਜ ਤੋਂ ਬਾਅਦ ਹਿੰਦੂਆਂ ਨੂੰ ਮਾਰਨਾ ਬੰਦ ਕਰ ਦੇਵਾਂਗਾ। ਤੇ ਸਮਾਂ ਬਣਿਆ ਭਾਈ ਮਤੀ ਦਾਸ ਜੀ। ਇੱਥੇ ਮੈਂ ਇਤਿਹਾਸ ਦੇ ਵਿੱਚ ਨਾ ਦੋ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਾਂ। ਮਤੀ ਦਾਸ ਤੇ ਸਤੀ ਦਾਸ ਸਕੇ ਭਰਾ ਸੀ, ਤੇ ਜਿਹੜਾ ਭਾਈ ਦਿਆਲਾ ਜੀ ਹੈ ਭਾਈ ਮਣੀ ਸਿੰਘ ਜੀ ਦਾ ਛੋਟਾ ਭਾਈ ਸੀ। ਇਤਿਹਾਸ ਨੂੰ ਨਾ ਜਦੋਂ ਡੂੰਘਾਈ ਨਾਲ ਜਾ ਕੇ ਨੋਟਦੇ ਆ ਨਾ, ਉਹਨੂੰ ਯਾਦ ਕਰਦੇ ਆ, ਦੇਖਦੇ ਆ, ਉਦੋਂ ਪਤਾ ਚੱਲਦਾ ਹੈ। ਭਾਈ ਮਣੀ ਸਿੰਘ ਜੀ ਵਰਗੇ 12 ਭਾਈ ਸੀ, ਤੇ 12 ਦੇ ਵਿੱਚੋਂ 11 ਨੇ ਸਿੱਖੀ ਲਈ ਸ਼ਹਾਦਤ ਦਿੱਤੀ ਹੋਈ ਆ। ਇੱਕੋ ਕੇਵਲ ਤੇ ਕੇਵਲ ਮਾਂ-ਬਾਪ ਕੋਲ ਰਹਿ ਗਿਆ ਸੀ। 11 ਨੇ ਆਪਦੀ ਜਿੰਦ ਗੁਰੂ ਦੇ ਲੇਖੇ ਲਾਈ ਹੋਈ ਆ। ਭਾਈ ਮਣੀ ਸਿੰਘ ਜੀ ਦਾ ਛੋਟਾ ਭਾਈ ਭਾਈ ਦਿਆਲਾ ਜੀ ਸੀ, ਜਿਹੜਾ ਦੇਗੇ ਚੋ ਵਾਲਿਆ ਸੀ। ਤੇ ਸੰਗਤ ਜੀ, ਭਾਈ ਮਤੀ ਦਾਸ ਜੀ ਨੇ ਕਿਹਾ, ਕਹਿੰਦੇ ਓਏ ਭਲਿਓ, ਇੱਧਰ ਧਿਆਨ ਦੇਵੋ ਸਾਡੇ ਵੱਲ। ਗੁਰੂ ਤੇਗ ਬਹਾਦਰ ਮਹਾਰਾਜ ਜੀ ਪਿੰਜਰੇ ਦੇ ਵਿੱਚ ਖੜੇ ਹੋਏ ਆ, ਸਿੱਖਾਂ ਨੂੰ ਵੀ ਨੂੜ ਕੇ ਬੰਨ੍ਹ ਕੇ ਰੱਖਿਆ ਹੋਇਆ। ਤਿੰਨੋਂ ਸਿੱਖ ਗੁਰੂ ਜੀ ਦੇ ਪਿਆਰ ਵਾਲੇ ਨਾਲ ਹੈ ਗੁਰੂ ਜੀ ਦੇ। ਤੇ ਭਾਈ ਮਤੀ ਦਾਸ ਜੀ ਕਹਿੰਦਾ ਉਹ ਗੱਲ ਸੁਣੋ, ਇੱਧਰ ਔਰੰਗਜ਼ੇਬ ਮੇਰੇ ਵੱਲ ਧਿਆਨ ਦੇ। ਉਹ ਕਹਿੰਦਾ ਹਾਂ। ਕਹਿੰਦਾ ਮੇਰੇ ਗੁਰੂ ਨੂੰ ਡਲਾਉਣ ਤਾਂ ਦੂਰ ਦੀ ਗੱਲ, ਤੂੰ ਮੇਰੇ ਸਿਦਕ ਨੂੰ ਡਲਾ ਦੇ, ਮੈਂ ਮੰਨ ਲਵਾਂਗਾ, ਮੇਰਾ ਗੁਰੂ ਮੰਨ ਲਵੇਗਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਮੇਰੇ ਸਿਦਕ ਨੂੰ ਡਲਾ ਦੇ, ਮੇਰੇ ਗੁਰੂ ਨੂੰ ਚੈਲੰਜ ਕੀ ਕਰਦਾ ਹੈ? ਐਡੀ ਗੱਲ, ਉਹ ਭਰੋਸਾ ਹੋਵੇ ਸਾਡੇ ਗੁਰੂ ਤੇ ਸਾਨੂੰ। ਮਤੀ ਦਾਸ ਜੀ ਨੇ ਗੁਰੂ ਜੀ ਦੇ ਸਾਹਮਣੇ ਕਿਹਾ, ਕਹਿੰਦੇ ਮੇਰੇ ਗੁਰੂ ਵੱਲ ਕੀ ਉਂਗਲ ਕਰਦਾ ਹੈ? ਮੇਰਾ ਸਿਦਕ ਡਲਾ ਦੇ, ਮੈਂ ਮੰਨ ਲਵਾਂਗਾ। ਕਾਜੀ ਨੇ ਨਾਲ ਦੀ ਨਾਲ ਫਤਵਾ ਪੜਿਆ। ਔਰੰਗਜ਼ੇਬ ਗੁੱਸੇ 'ਚ ਆਇਆ, ਕਹਿੰਦਾ ਇਹਨਾਂ ਨੂੰ ਸਜ਼ਾ ਦੇਵੋ। ਤੇ ਗੁਰੂ ਪਾਤਸ਼ਾਹ ਜੀ ਦੇ ਪਿਆਰ ਵਾਲੇ ਸਿੱਖ ਦੇ ਵਿਰੁੱਧ ਕਾਜੀ ਨੇ ਫਤਵਾ ਕੀ ਪੜ੍ਹ ਦਿੱਤਾ? ਕਹਿੰਦੇ ਇਹਦੇ ਸੀਸ ਤੇ ਆਰਾ ਚਲਾਓ, 2 ਫੱਟਿਆਂ ਦੇ ਵਿੱਚ ਦੇ ਕੇ ਇਹਨੂੰ ਵਿਚਾਲੋਂ ਲੱਕੜ ਵਾਂਗ ਚੀਰੋ। ਤੇ ਸੰਗਤ ਜੀ, ਮਤੀ ਦਾਸ ਜੀ ਜਦੋਂ ਆਰੇ ਦੇ ਵਿੱਚ ਦੋਨੇ ਫੱਟਿਆਂ 'ਚ ਫਿੱਟ ਕੀਤਾ ਨਾ, ਉਹਨਾਂ ਨੂੰ ਬੰਨ੍ਹ ਲਿਆ ਆਰੇ ਦੇ ਵਿੱਚ ਨਾਲ ਚੀਰਨ ਵਾਸਤੇ, ਆਰਾ ਤਿੱਖਾ ਕਰਕੇ ਕੋਲ ਰੱਖ ਲਿਆ। ਤੇ ਮਤੀ ਦਾਸ ਜੀ ਨੂੰ ਫਿਰ ਇੱਥੇ ਇੱਕ ਗੱਲ ਕਹੀ ਕਾਜੀ ਨੇ, ਕਹਿੰਦੇ ਤੇਰੀ ਆਖਰੀ ਖੁਆਇਸ਼ ਕੀ ਹੈ? ਅੱਜ ਵੀ ਜੇ ਕਿਸੇ ਨੂੰ ਸਜ਼ਾ ਦਿੰਦੇ ਆ ਨਾ, ਫਾਂਸੀ ਦਿੰਦੇ ਆ, ਉਹਨੂੰ ਆ ਲਾਸਟ ਉਹਦੀ ਖੁਆਇਸ਼ ਪੁੱਛੀ ਜਾਂਦੀ ਹੈ ਵੀ ਕੀ ਹੈ। ਉਹਨੂੰ ਕਹਿੰਦੇ ਲਾਸਟ ਖੁਆਇਸ਼ ਕੀ ਹੈ? ਉਹ ਕਹਿੰਦੇ ਖੁਆਇਸ਼ ਤੇ ਇਹ ਹੈ, ਮੇਰੇ ਸੀਸ ਤੇ ਥੋੜਾ ਜਿਹਾ ਆਰਾ ਚਲਾ ਕੇ ਨਾ ਰੋਕ ਲਿਓ, ਆਰਾ ਬਾਹਰ ਕੱਢ ਲਿਓ। ਉਹ ਕਹਿੰਦੇ ਕਿਉਂ? ਕਹਿੰਦੇ ਮੈਂ ਇੱਥੇ ਇੱਕ ਦੇਖਣਾ ਚਾਹਾਂਗਾ, ਜੇ ਤਾਂ ਤੁਹਾਡੇ ਵਿੱਚ ਪਾਵਰ ਹੋਈ ਤਾਂ ਮੈਂ ਇੱਥੇ ਡਰਦਾ ਮਾਰਾ ਆਰੇ ਤੋਂ ਆਪਦੇ ਧਰਮ ਨੂੰ ਛੱਡੂੰਗਾ, ਤੇ ਜੇ ਮੇਰੇ ਗੁਰੂ 'ਚ ਪਾਵਰ ਹੋਈ, ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ 'ਚ ਗੁਰਬਾਣੀ 'ਚ ਪਾਵਰ ਹੋਈ, ਮੈਂ ਤੁਹਾਨੂੰ ਦੁਬਾਰਾ ਸੀਸ ਤੇ ਆਰਾ ਚਲਾਉਣ ਵਾਸਤੇ ਕਹਾਂਗਾ। ਇਹ ਮੇਰੀ ਆਖਰੀ ਖੁਆਇਸ਼ ਹੈ। ਫਿਰ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿਆਰ ਵਾਲੇ ਸਿੱਖ ਭਾਈ ਮਤੀ ਦਾਸ ਜੀ ਦੇ ਸੀਸ ਤੇ ਜਦੋਂ ਥੋੜਾ ਜਿਹਾ ਆਰਾ ਹਜੇ ਸੀਸ ਦੇ ਵਿੱਚ ਗਿਆ ਨਾ, ਚੀਰਨਾ ਸ਼ੁਰੂ ਕੀਤਾ, ਦੰਦੇ ਗਏ ਅੰਦਰ ਤੇ ਸਾਰਾ ਖੂਨ ਨਾਲ ਦਾੜਾ ਭਿੱਜਿਆ, ਅੱਖਾਂ ਤੱਕ ਖੂਨ, ਸਾਰੇ ਸਰੀਰ ਤੇ ਖੂਨ ਫੈਲ ਗਿਆ, ਤੇ ਉੱਥੇ ਆਰਾ ਰੋਕ ਦਿੱਤਾ ਗਿਆ। ਤੇ ਭਾਈ ਮਤੀ ਦਾਸ ਜੀ ਨੂੰ ਕਹਿੰਦੇ ਹੁਣ ਕਿਵੇਂ ਹੈ, ਕੀ ਇਰਾਦਾ ਕਾਜੀ? ਕਹਿੰਦਾ ਉਹ ਕਹਿੰਦਾ ਕਾਜੀ ਆ ਇਰਾਦਾ ਤਾਂ ਉਹੀ ਹੈ ਜਿਹੜਾ ਘਰੋਂ ਗੁਰੂ ਜੀ ਦੇ ਨਾਲ ਬਣਾ ਕੇ ਤੁਰੇ ਸੀ। ਤੇਰੇ ਧਰਮ ਦੇ ਵਿੱਚ ਇਹ ਅਜੇ ਤੱਕ ਪਾਵਰ ਨਹੀਂ ਹੈ, ਤੇਰੇ ਆ ਜ਼ੁਲਮਾਂ ਦੇ ਵਿੱਚ ਅਜੇ ਇਹ ਪਾਵਰ ਨਹੀਂ ਹੈ। ਸਾਨੂੰ ਸਿੱਖਾਂ ਨੂੰ ਇਸ ਕੰਮ ਤੋਂ ਡਲਾ ਲਵੇ, ਆਪਦੇ ਧਰਮ ਤੋਂ ਡਲਾ ਲਵੇ। ਅਸੀਂ ਸੀਸ ਦੇ ਵਿੱਚ ਆਰਾ ਚਲਵਾਉਣ ਲਈ ਤਿਆਰ ਬੈਠੇ ਹਾਂ, ਚੀਰ ਦਿਓ। ਦੂਸਰੀ ਗੱਲ ਕੀਤੀ, ਕਹਿੰਦੇ ਇੱਕ ਗੱਲ ਹੋਰ ਮੰਨੋਗੇ? ਉਹ ਕਹਿੰਦੇ ਹਾਂ। ਕਹਿੰਦੇ ਮੇਰੀ ਜ਼ੁਬਾਨ ਨੂੰ ਕੱਲੀ ਨੂੰ ਮਗਰੋਂ ਚੀਰਿਓ, ਪਹਿਲਾਂ ਮੇਰੀ ਜ਼ੁਬਾਨ ਨੂੰ ਨਾ ਚੀਰਿਓ, ਇੱਥੇ ਆ ਕੇ ਆਰਾ ਰੋਕ ਦਿਓ, ਭਾਵੇਂ ਪਾੜ ਉਦੋਂ ਥੱਲੋਂ ਸ਼ੁਰੂ ਕਰ ਲਿਓ ਚੀਰਨਾ, ਕੱਲੀ ਜੀਭ ਛੱਡ ਦਿਓ। ਕਹਿੰਦੇ ਕਿਉਂ? ਕਹਿੰਦੇ ਮੈਂ ਜਪ ਸਾਹਿਬ ਦਾ ਪਾਠ ਸ਼ੁਰੂ ਕੀਤਾ ਹੋਇਆ, ਮੈਂ ਉਹਨੂੰ 38 ਦੀਆਂ 38 ਪੌੜੀਆਂ ਪੜ੍ਹ ਕੇ ਆਪਦੇ ਸੀਸ ਨੂੰ, ਆਪਦੇ ਸਰੀਰ ਨੂੰ ਛੱਡਣਾ ਚਾਹਾਂਗਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਿੰਜਰੇ ਦੇ ਵਿੱਚ ਬੈਠੇ ਖੁਸ਼ ਹੋ ਕੇ ਬੋਲੇ, ਕਹਿੰਦੇ ਉਹ ਪੁੱਤਰਾ ਮਤੀ ਦਾਸਾ, ਕਿਉਂ ਤੂੰ ਕੱਲੀ ਜ਼ਬਾਨ ਤੇ ਭਰੋਸਾ ਕਰਦਾ ਹੈ? ਸਿੱਖ ਦੇ ਤਾਂ ਜਿੱਥੇ ਇੱਥੇ ਤੇਰੇ ਸਰੀਰ ਦੇ ਟੁਕੜੇ ਡਿੱਗਣਗੇ, ਤੇਰੇ ਸਰੀਰ ਦਾ ਕੱਲਾ ਕੱਲਾ ਟੁਕੜਾ ਜਪ ਸਾਹਿਬ ਬੋਲੇਗਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਤੇਰੇ ਤਾਂ ਸੀਸ ਦਾ, ਸਿਰ ਦਾ, ਸਰੀਰ ਦਾ ਕੱਲਾ ਕੱਲਾ ਟੁਕੜਾ ਜਪਜੀ ਸਾਹਿਬ ਦੇ ਪਾਠ ਨੂੰ ਸੰਪੂਰਨ ਕਰਕੇ ਆਪਦੇ ਪ੍ਰਾਣ ਛੱਡੇਗਾ।
ਤੇ ਸੰਗਤ ਜੀ ਇੱਥੇ ਇੱਕ ਸਵਾਲ ਹੋਇਆ ਹੋਵੇਗਾ ਵੀ ਐਂ ਕਿਵੇਂ, ਜਦੋਂ ਸੀ ਸਿਰ ਹੀ ਚੀਰਤਾ, ਸਰੀਰ ਹੀ ਚੀਰਤਾ, ਤੇ ਐਂ ਕਿਵੇਂ ਬੋਲ ਪਏ। ਗੁਰੂ ਪਾਤਸ਼ਾਹ ਦੀ ਕਦੇ ਬਾਣੀ ਨੂੰ ਪੜ੍ਹਿਆ ਕਰੋ ਧਿਆਨ ਦੇ ਨਾਲ। ਮਹਾਰਾਜ ਜੀ ਕੀ ਕਹਿੰਦੇ? ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ, ਕਹੋ ਨਾਨਕ ਇਹ ਬਿਦ ਭਈ। ਮਾਫ ਕਰਿਓ, ਸਤਿਗੁਰੂ ਜੀ ਕਹਿੰਦੇ ਜਿਹੇ ਵੇਲ ਬਿਦ ਜਲ ਕੋ ਮੀਨ। ਇੱਥੇ ਇੱਕ ਮੈਂ ਬਚਨ ਕਰਾਂ ਨਾਲ ਦੀ ਨਾਲ, ਪੰਗਤੀ ਬਿਸਰ ਗਈ, ਚਲੋ ਦਿਮਾਗ ਹੈ। ਪਾਤਸ਼ਾਹ ਜੀ ਕਹਿੰਦੇ ਜਿਵੇਂ ਮੱਛੀ ਦੀ ਪਾਣੀ ਨਾਲ ਪ੍ਰੀਤ ਹੁੰਦੀ ਹੈ, ਜੇ ਵਿਦ ਜਲ ਕੋ ਮੀਨ। ਸਤਿਗੁਰੂ ਜੀ ਕਹਿੰਦੇ ਭਲਿਓ ਜਿਵੇਂ ਮੱਛੀ ਦੀ ਪਾਣੀ ਨਾਲ ਪ੍ਰੀਤ ਆ, ਮੱਛੀ ਨੂੰ ਟੋਟੇ ਟੋਟੇ ਕਰਕੇ ਵੱਢ ਕੇ ਸੁੱਟ ਦਿੱਤਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਉਹਦਾ ਮਰੀ ਦਾ, ਉਹਦੇ ਟੁਕੜੇ ਵੀ ਪਾਣੀ ਨੂੰ ਖਿੱਚਣ ਵਾਸਤੇ ਤਿਆਰ ਹੁੰਦੇ ਆ, ਪਾਣੀ ਨੂੰ ਮੰਗਦੇ ਹੈ। ਵੱਡੀ ਹੋਈ ਦੇ ਵੀ ਸਤਿਗੁਰੂ ਕਹਿੰਦੇ ਸਿੱਖ ਦੀ ਤਾਂ ਬਾਣੀ ਨਾਲ ਤੇ ਗੁਰੂ ਨਾਲ ਪ੍ਰੀਤ ਇਦਾਂ ਦੀ ਹੋਵੇ, ਭਾਵੇਂ ਚੀਰਿਆ ਜਾਵੇ ਪਰ ਬਾਣੀ ਸਿਰ ਦੇ ਵਿੱਚੋਂ, ਜਵਾਨ ਦੇ ਵਿੱਚੋਂ, ਟੁਕੜਿਆਂ ਚੋਂ ਚੱਲਣੀ ਚਾਹੀਦੀ ਹੈ। ਮੱਛੀ ਦੀ ਉਦਾਹਰਣ ਦਿੱਤੀ, ਜੇ ਵਿਦ ਜਲ ਕੋ ਮੀਨ, ਜਿਵੇਂ ਮੱਛੀ ਦਾ ਪਾਣੀ ਨਾਲ ਪ੍ਰੀਤ ਹੈ, ਸਿੱਖ ਦਾ ਬਾਣੀ ਨਾਲ ਤੇ ਗੁਰੂ ਨਾਲ ਪ੍ਰੀਤ ਇਦਾਂ ਦੀ ਹੋਵੇ। ਭਾਈ ਮਤੀ ਦਾਸ ਜੀ ਦੀ ਸ਼ਹਾਦਤ ਹੋ ਗਈ, 38 ਦੀਆਂ 38 ਪੌੜੀਆਂ ਪੜ੍ਹ ਕੇ ਸਰੀਰ ਜੀਵਨ ਆ ਤਿਆਗ ਗਏ। ਫਿਰ ਵਾਰੀ ਆਈ ਸੰਗਤ ਜੀ ਭਾਈ ਦਿਆਲਾ ਜੀ ਦੀ। ਅਸਲ ਦੇ ਵਿੱਚ ਜਦੋਂ ਇਤਿਹਾਸ ਨੂੰ ਜ਼ਿਆਦਾ ਦੇਖੀਏ ਨਾ, ਕਈ ਪ੍ਰਚਾਰਕਾਂ ਨੂੰ ਸੁਣੀਏ ਜਾਂ ਕਈ ਆਪਾਂ ਲਿਖਣ ਵਾਲੇ ਇਤਿਹਾਸਕਾਰਾਂ ਨੂੰ ਪੜ੍ਹੀਏ, ਉਦੋਂ ਪਤਾ ਚੱਲਦਾ ਦੂਜੇ ਟਾਈਮ 'ਚ ਸ਼ਹਾਦਤ ਭਾਈ ਦਿਆਲਾ ਦੀ ਹੋਈ ਸੀ। ਸਤੀ ਦਾਸ ਜੀ ਦੀ ਦੂਜੇ ਨੰਬਰ 'ਤੇ ਲਿਖੀ ਪਈ ਹੈ, ਨਹੀਂ ਉਹ ਤੀਜੇ ਨੰਬਰ 'ਤੇ ਸੀ, ਰੂੰ ਦੇ ਵਿੱਚ ਲਪੇਟ ਕੇ। ਫਿਰ ਸੰਗਤ ਜੀ ਇੱਥੇ ਦਿਆਲਾ ਜੀ ਨੂੰ ਆਪਾਂ ਕੀ ਦੇਖਦੇ ਹਾਂ ਫੋਟੋਆਂ ਦੇ ਵਿੱਚ, ਵੀ ਗਰਦਨ ਬਾਹਰ ਹੈ ਉਹਨਾਂ ਦੀ ਜੀ, ਗਰਦਨ ਤੋਂ ਬਾਹਰ ਉਹਨਾਂ ਦਾ ਸੀਸ ਰੱਖਿਆ। ਨਹੀਂ, ਇਹ ਦੇਗਾ ਹੀ ਐਡਾ ਵੱਡਾ ਸੀ, ਪੂਰੇ ਦਾ ਪੂਰਾ ਬੈਠੇ ਦੇਗੇ 'ਚ ਦਿਖੇ ਨਹੀਂ ਸੀ, ਸਾਰੇ ਦਾ ਸਾਰਾ ਸਰੀਰ ਦੇਗੇ 'ਚ ਬਿਠਾ ਕੇ ਉਬਲਦੇ ਪਾਣੀ 'ਚ, ਤੇ ਨਾਲ ਦੀ ਨਾਲ ਸੰਗਤ ਜੀ ਉੱਪਰ ਢੱਕਣ ਦਾ ਦੇ ਦਿੱਤਾ ਗਿਆ ਸੀ।